ਅਕਾਲੀ ਦਲ ਦੇ ਮਹੇਸ਼ਿੰਦਰ ਸਿੰਘ ਗਰੇਵਾਲ ਜੀ ਦਾ ਵੀ ਨਾਮ ਬਹੁਤ ਵੱਜ ਰਿਹਾ। ਅੱਜ ਵੀ ਤੁਸੀਂ ਦੇਖੋ ਜਿੰਨੇ ਵੀ ਸਕੂਲ ਦੇ ਸਟੂਡੈਂਟਸ हैं टॉप इंडस्ट्रीज ਨੂੰ ਉਹ ਚਲਾ ਰਹੇ ਲੁਧਿਆਣੇ ਦੀ। ਡਿਪਟੀ ਕਮਿਸ਼ਨਰ ਸਾਹਿਬ ਦਾ ਧਰਮ ਬਣਦਾ ਹੈ ਕਿ ਇਹਦੇ 'ਚ ਇੰਟਰਵੀਨ ਕਰਨ। ਉੱਥੇ ਸਿਰਫ ਉੱਥੇ ਕੋਈ ਬਿਲਡਿੰਗਾਂ ਬਣ ਗਈਆਂ, ਬਿਲਡਿੰਗਾਂ ਬਣ ਕੇ ਵਿਕ ਵੀ ਗਿਆ। ਉਹ ਸੁਨੀਲ ਮੜੀਆ, ਜਿਹੜਾ ਸੁਨੀਲ ਚੰਦ ਮੜੀਆ ਹੈਗਾ, ਕਦੇ ਸੁਨੀਲ ਚੰਦ ਬਣ ਜਾਂਦਾ, ਕਦੇ ਸੁਨੀਲ ਮੜੀਆ ਬਣ ਜਾਂਦਾ, ਕਦੇ ਸੁਨੀਲ ਕਮਾਲ ਮੜੀਆ ਬਣ ਜਾਂਦਾ, ਕਦੇ ਸੁਨੀਲ ਦੱਤ ਮੜੀਆ ਬਣ ਜਾਂਦਾ, ਕਦੇ ਸੁਨੀਲ ਦੱਤ ਬਣ ਜਾਂਦਾ। ਅਕੈਡਮੀ ਨੂੰ ਇੱਥੇ ਸਬਲੈਟ ਕਰ ਦਿੱਤਾ ਗਿਆ। ਸੋ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ? ਮਤਲਬ ਇਹ ਸਾਨੂੰ ਸੱਚੀ ਅੱਜ ਸਾਡਾ ਸ਼ਰਮਾ ਸਿਰ ਝੁਕ ਗਿਆ ਵੀ ਅਸੀਂ ਸੋਚਦੇ ਹਾਂ ਵੀ ਸਕੂਲ ਨੂੰ ਕੀ ਹੋ ਗਿਆ। ਦੀਵਾਨ ਜੀ ਦੇ ਤੁਸੀਂ ਸਪੁੱਤਰ ਹੈਗੇ ਹੋ ਤੇ ਸਾਰਾ ਸ਼ਹਿਰ ਦੀਵਾਨ ਜੀ ਦੇ ਗੁਣਗਾਨ ਕਰ ਰਿਹਾ ਕਿ ਜਦੋਂ ਤੱਕ ਉਹਨਾਂ ਨੇ ਇਹਦੀ ਬਾਗਡੋਰ ਸੰਭਾਲੀ ਤੇ ਸਕੂਲ ਬਹੁਤ ਵਧੀਆ ਚੱਲਦਾ ਸੀਗਾ। 2000 ਕਰੋੜ ਤੋਂ ਉੱਪਰ ਸਕੈਮ ਕਰਕੇ ਇਹ ਜਿਹੜਾ ਸਾਰਾ ਇੱਕ ਸਿੰਗਲ ਐਸਟੈਬਲਿਸ਼ਮੈਂਟ ਦੇ ਲਈ ਇਹ ਏਰੀਆ ਯੂਜ਼ ਕੀਤਾ ਜਾਏਗਾ, ਜਿਹੜਾ ਕਿ ਪ੍ਰਾਇਮਰੀ ਸਕੂਲ ਬਣੇਗਾ। ਇਹਨੂੰ ਡਿਫਰੈਂਟ ਮਲਟੀਪਲ ਐਸਟੈਬਲਿਸ਼ਮੈਂਟਸ ਇੱਥੇ ਨਹੀਂ ਬਣਾ ਸਕਦੇ ਜਿਹੜੇ ਵੀ ਅਲੋਟੀ ਹੋਣਗੇ। ਕਲੌਜ਼ ਨੰਬਰ 13 ਸੀਗੀ ਕਿ ਇਹਦਾ ਪਰਪਸ ਪ੍ਰਾਇਮਰੀ ਸਕੂਲ ਚਲਾਉਣਾ ਹੈ ਇੱਥੇ, ਕਿਉਂਕਿ ਇਸ ਏਰੀਆ ਨੂੰ ਇੱਕ ਸਕੂਲ ਦੀ ਜ਼ਰੂਰਤ ਹੋਏਗੀ ਔਰ ਉਹ ਪ੍ਰਾਇਮਰੀ ਸਕੂਲ ਬਣੇਗਾ। ਔਰ ਪ੍ਰਾਇਮਰੀ ਸਕੂਲ ਇਸ ਤਰੀਕੇ ਨਾਲ ਜਿਹੜਾ ਕਿ ਸਾਰੀ ਇਸ ਏਰੀਆ ਦੀ ਪਬਲਿਕ ਨੂੰ ਜਿਹੜੀ ਕਿ ਇਹ ਸਰਵ ਕਰ ਸਕੇ। ਔਰ ਇਸ ਏਰੀਆ ਦੇ ਵਿੱਚੋਂ ਕੋਈ ਵੀ ਇਹਦਾ ਪਾਰਟ ਵੇਚਿਆ ਨਹੀਂ ਜਾ ਸਕਦਾ, ਕਿਸੇ ਨੂੰ ਟ੍ਰਾਂਸਫਰ ਨਹੀਂ ਕੀਤਾ ਜਾ ਸਕਦਾ, ਕਿਸੇ ਹੋਰ ਪਰਪਸ ਲਈ ਦਿੱਤਾ ਨਹੀਂ ਜਾ ਸਕਦਾ। ਕਲੌਜ਼ ਨੰਬਰ 11 ਕਿ ਇਹ ਸਾਰੀਆਂ ਜਿਹੜੀਆਂ ਕੰਡੀਸ਼ਨਸ ਹੈ ਅਲਾਟਮੈਂਟ ਦੀਆਂ, ਅਗਰ ਇਹਨਾਂ ਦੀ ਕੋਈ ਵੀ ਉਲੰਘਣਾ ਹੋਏਗੀ ਤਾਂ ਇਹ ਅਲਾਟਮੈਂਟ ਕੈਂਸਲ ਹੋ ਜਾਏਗੀ ਔਰ ਇਹ ਜਿਹੜੀ ਲੈਂਡ ਹੈ ਪਲੱਸ ਇਹਦੇ ਤੇ ਜੋ ਕੁਝ ਵੀ ਬਣਿਆ ਹੋਏਗਾ ਉਹ ਸਾਰਾ ਰਿਜ਼ਿਊਮ ਹੋ ਜਾਏਗਾ, ਵਾਪਸ ਹੋ ਜਾਏਗਾ ਇੰਪਰੂਵਮੈਂਟ ਟਰਸਟ ਨੂੰ। ਲੇਕਿਨ ਕੁਝ ਪਿਛਲੇ ਸਾਲਾਂ ਦੇ ਵਿੱਚ ਆਪਣੇ ਨਿੱਜੀ ਸਵਾਰਥਾਂ ਦੇ ਲਈ ਇਹਨੂੰ ਕਮਰਸ਼ੀਅਲੀ ਇਹਨੂੰ ਹੋਰ ਪਰਪਸ ਇਹਦਾ ਯੂਜ਼ ਕਰਨ ਲਈ ਔਰ ਬਣਾਉਣ ਲਈ ਇਹਦੇ ਵਿੱਚ ਜਿਹੜਾ ਇਹ ਗਰੁੱਪ ਹੈ ਜਿਹੜਾ ਇਹਨੂੰ ਕੰਟਰੋਲ ਕਰ ਰਿਹਾ ਹੈ। ਕੀ ਨਾਮ ਹੈ ਉਹਦਾ? ਇਹ ਮੜੀਆ ਗਰੁੱਪ ਕਹਿੰਦੇ ਉਹਨੂੰ, ਮੜੀਆ ਗਰੁੱਪ ਹੈ। ਉਹਦੇ ਸੁਨੀਲ ਦੱਤ ਮੜੀਆ ਉਹਦੇ ਹੈੱਡ ਹੈ ਤੇ ਨਾਲ ਕੁਝ ਹੋਰ ਇਹਨਾਂ ਦੇ ਗਰੁੱਪ ਮੈਂਬਰਸ ਹੈਗੇ ਆ। ਇੱਕ ਕੋਈ ਸ਼੍ਰੀਮਤੀ ਜੀਆ ਬਾਂਸਲ ਹੈ, ਵਾਈਫ ਆਫ ਸ਼੍ਰੀ ਗੁਰਪ੍ਰੀਤ ਸਿੰਘ ਬਾਂਸਲ, ਉਹਨਾਂ ਨੇ ਨਾਲ ਮਿਲ ਕੇ 15 ਨੂੰ ਇੱਕ ਲੀਜ਼ ਡੀਡ ਤਿਆਰ ਕਰ ਲਈ ਜਿਹੜੀ ਕਿ ਫਿਰ ਉਲੰਘਣਾ ਸੀਗੀ। ਇੱਕ ਤਾਂ ਪਰਪਸ ਦੀ ਉਲੰਘਣਾ ਉਹਨਾਂ ਦੇ ਨਾਲ ਮਿਲ ਕੇ ਉਹ ਵੀ 1,50,000 ਪਰ ਮੰਥ ਦੀ ਮੰਥਲੀ ਜਿਹੜੀ ਹੈ ਰੈਂਟਲ ਇਹਦੇ ਅਮਾਊਂਟ ਫਿਕਸ ਕਰਕੇ 21 ਸਾਲ ਦੀ ਲੀਜ਼ ਉਹਨਾਂ ਦੇ ਨਾਲ ਕਰ ਲਈ। 650 ਸਕੁਅਰ ਯਾਰਡ ਦੀ। ਜੀ ਸਰ, ਤੁਸੀਂ ਇੱਥੇ ਇੱਕ ਗੱਲ ਕੀਤੀ ਹੈ ਕਿ ਰੈਂਟਲ ਫਿਕਸ ਕਰ ਲਈ। ਇਹ ਰੈਂਟ ਕੌਣ ਲੈ ਰਿਹਾ? ਸਵਾਲੀਆ ਨਿਸ਼ਾਨ ਮਤਲਬ ਕੁਐਸਚਨ ਹੈ ਇਹ ਦੇਣ ਵਾਲੇ ਜਿਹੜੇ ਮੜੀਆ ਗਰੁੱਪ ਵਾਲੇ। ਅਲਾਟਮੈਂਟ ਦੀਆਂ ਜਿਹੜੀਆਂ ਕੰਡੀਸ਼ਨਸ ਹੈ ਉਹ ਜਿਹੜਾ ਪਬਲਿਕ ਪਰਪਸ ਸੀਗਾ ਪ੍ਰਾਇਮਰੀ ਸਕੂਲ ਚਲਾਉਣ ਦਾ ਉਹ ਤਾਂ ਬਿਲਕੁਲ ਹੀ ਖਤਮ ਹੋ ਗਿਆ। ਤੁਸੀਂ ਇਹ ਦੇਖੋ, ਤੁਹਾਨੂੰ ਇੱਥੇ ਸ਼੍ਰੀ ਰਾਮ ਯੂਨੀਵਰਸਲ ਸਕੂਲ ਨਜ਼ਰ ਆ ਰਿਹਾ ਹੈ, ਤੁਹਾਨੂੰ ਇੱਥੇ ਆਰਚਰਡ ਇੰਸਟੀਚਿਊਟ ਨਜ਼ਰ ਆ ਰਿਹਾ ਹੈ, ਤੁਹਾਨੂੰ ਇੱਥੇ ਉਹ ਕੰਗਰੂ ਕਿਡ ਸਕੂਲ ਨਜ਼ਰ ਆ ਰਿਹਾ ਹੈ, ਇੱਥੇ ਨਿਊ ਹਾਇਰ ਸੈਕੰਡਰੀ ਸਕੂਲ ਨਜ਼ਰ ਆ ਰਿਹਾ ਤੁਹਾਨੂੰ। ਇੰਪਰੂਵਮੈਂਟ ਟਰਸਟ ਨੇ ਮਿਊਨਿਸਪਲ ਕਾਰਪੋਰੇਸ਼ਨ ਵਾਲਿਆਂ ਨੂੰ ਲੈਟਰ ਲਿਖੀ। ਉਹ ਮੈਂ ਤੁਹਾਨੂੰ ਦੱਸਾਂ ਸੈਪਟੈਂਬਰ 2018 'ਚ ਪਹਿਲੇ ਤਾਂ ਇੰਪਰੂਵਮੈਂਟ ਟਰਸਟ ਨੇ ਇਹਦੀ ਫੀਲਡ ਰਿਪੋਰਟ ਲਈ ਇਹ ਗੱਲ ਵੈਰੀਫਾਈ ਕਰਨ ਲਈ ਕਿ ਵੀ ਇਹ ਕੀ ਚੀਜ਼ਾਂ ਇੱਥੇ ਬਣ ਗਈਆਂ, ਕਿੱਦਾਂ ਇਹ ਉਲੰਘਣਾ ਹੋਈ। ਜਿਹੜੀਆਂ ਇਹਨਾਂ ਨੇ ਕੰਸਟਰਕਸ਼ਨਸ ਕੀਤੀਆਂ ਉਹਦਾ ਨਕਸ਼ੇ ਪਾਸ ਕਰਾ ਲਏ ਮਿਊਨਿਸਪਲ ਕਾਰਪੋਰੇਸ਼ਨ ਤੋਂ, ਜਿਹੜਾ ਕਿ ਮਿਊਨਿਸਪਲ ਕਾਰਪੋਰੇਸ਼ਨ ਨੂੰ ਕੋਈ ਰਾਈਟ ਹੀ ਨਹੀਂ ਸੀਗਾ। ਹੁਣ ਇਹ ਵਾਇਲੇਸ਼ਨ ਜਿਹੜੀਆਂ ਹੋਈਆਂ ਹੋਈਆਂ ਇਹ ਗਲਤ ਹੋਈਆਂ ਹੋਈਆਂ ਔਰ ਇਹਦੇ ਜਿਹੜੇ ਤੁਸੀਂ ਨਕਸ਼ੇ ਪਾਸ ਕਰਤੇ ਉਹ ਬਿਲਕੁਲ ਇਲੀਗਲ ਹੈ। ਇਹ ਨਕਸ਼ੇ ਕੈਂਸਲ ਕਰੋ।
ਬਟ ਆਦਰ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਦੇ EMPLOYEES ਹੈ, ਅਫੀਸ਼ੀਅਲਸ ਹੈ, ਜਿਨ੍ਹਾਂ ਨੇ ਉਹ ਨਕਸ਼ੇ ਪਾਸ ਕਰਨ ਦੇ ਲਈ ਰੋਲ ਉਹਦੇ 'ਚ ਪਲੇ ਕੀਤਾ ਹੈ, ਉਹਨਾਂ ਦੇ ਐਕਸ਼ਨ ਲਓ। ਇਹ ਇੰਪਰੂਵਮੈਂਟ ਇਸ ਨੇ ਲਿਖਿਆ 26 ਮਾਰਚ 2019 ਨੂੰ। 2 ਮਈ 2019 ਦੀ ਜਿਹੜੀ ਆਰਡਰ ਹੈ ਚੇਅਰਮੈਨ ਦਾ ਉਸ ਵੇਲੇ ਦੇ ਇੰਪਰੂਵਮੈਂਟ ਟਰਸਟ ਦੇ, ਉਹ ਇਹਨਾਂ ਨੇ ਦਬਾ ਲਿਆ ਕਿਉਂਕਿ ਉਹ ਚੇਅਰਮੈਨ ਚੇਂਜ ਹੋ ਗਏ। ਅੱਛਾ ਜੀ, ਨੋਮੀਨੇਟਡ ਚੇਅਰਮੈਨ ਆ ਗਏ, ਉਹ ਵਿਦ ਪੋਲੀਟੀਕਲ ਇੰਟਰਸਟ ਆ ਗਏ। ਅੱਛਾ ਜੀ, ਤੇ ਉਹ ਪੋਲੀਟੀਕਲ ਇੰਟਰਸਟਡ ਜਿਹੜੇ ਲੋਕ ਜਿਹੜੇ ਆਏ, ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ। ਮੈਂ ਇਹ ਔਰ ਉਹ ਵਾਇਲੇਸ਼ਨਸ ਕਿਉਂ ਕੀਤੀਆਂ ਗਈਆਂ ਔਰ ਉਹਨਾਂ ਦੇ ਕੰਸੀਕੁਐਂਸਸ ਜਿਹੜੇ ਹੈ ਪਰਸਨਲ ਬੈਨੀਫਿਟਸ ਲਈ ਕੀਤੇ ਗਏ, ਉਹਨਾਂ ਦਾ ਪਤਾ ਲੱਗਣਾ ਚਾਹੀਦਾ। ਕਿ ਜੇ ਅੱਜ ਕਿਸੇ ਚੇਅਰਮੈਨ ਨੇ ਆਪਣੀ ਮਰਜ਼ੀ ਨਾਲ ਕੁਝ ਬਣਾਤਾ ਤਾਂ ਦੂਸਰੇ ਚੇਅਰਮੈਨ ਆਪਣੀ ਮਰਜ਼ੀ ਨਾਲ ਉਹਨੂੰ ਬਦਲ ਦੇਣ। ਔਰ ਮੜੀਆ ਗਰੁੱਪ ਹੈ ਜਿਹੜਾ, ਮੜੀਆ ਗਰੁੱਪ ਦੇ ਜਿਹੜੇ ਹੈੱਡ ਹੈ ਜਾਂ ਉਹਨਾਂ ਦੇ ਨਾਲ ਜਿਹੜੇ ਗਰੁੱਪ ਮੈਂਬਰਸ ਹੈ, ਉਹਨਾਂ ਨੇ ਵਾਇਲੇਸ਼ਨਸ ਕੀਤੀਆਂ ਆਪਣੀ ਮਰਜ਼ੀ ਦੇ ਨਾਲ। ਉਹ ਨੈਚੁਰਲੀ ਦੇ ਆਰ ਡਿਫਾਲਟਰਸ, ਉਹਨਾਂ ਤੇ ਐਕਸ਼ਨ ਬਣਦਾ ਹੈ। जनहितैषी TRP नहीं खरीदते, भरोसा जीतते हैं। जनहितैषी देख रहे दर्शकों का स्वागत है जन जन की बात जनहितैषी के साथ। दोस्तों मैं संदीप शर्मा एक बार फिर तुहाडे नाल रूबरू हो रहे हैं। एक बार फिर असी अज पहुंचे हैं लुधियाना दा सराभा नगर दे विच न्यू हाई सीनियर सैकेंडरी स्कूल दे बाहर खड़े हैं। तो एक बार फिर मुद्दा उही है कि न्यू हाई स्कूल जिहदे कि नियमां नूं ताक ते रख के ਉੱਥੇ ਦੇ ਜਿਹੜੇ ਸੁਸਾਇਟੀ ਦੇ ਪ੍ਰੈਜ਼ੀਡੈਂਟ ਆਪਣੇ ਆਪ ਨੂੰ ਕਹਿੰਦੇ ਸੁਨੀਲ ਮੜੀਆ ਜੀ, ਉਹਨਾਂ ਨੇ ਇਸ ਪ੍ਰਾਪਰਟੀ ਨੂੰ ਆਪਣੇ ਪਰਸਨਲ ਨਿੱਜੀ ਸਵਾਰਥਾਂ ਕਰਕੇ ਇਹਦਾ ਇਸਤੇਮਾਲ ਕੀਤਾ, ਜਿਹਦੇ ਖਿਲਾਫ ਅੱਜ ਅਸੀਂ ਇਸ ਲਈ ਪਹੁੰਚੇ ਹਾਂ ਕਿ RTI ਐਕਟਿਵਿਸਟ ਰਾਜੇਸ਼ ਗੁਪਤਾ ਜੀ ਜਿਹੜੇ ਕਿ ਇੱਕ ਸਮਾਜ ਸੇਵੀ ਹੈ, ਉਹਨਾਂ ਨੇ ਇਸ ਦੇ ਖਿਲਾਫ ਇੱਕ ਮਾਮਲਾ ਚੱਕਿਆ ਔਰ ਉਹਨਾਂ ਨੇ ਜੋ ਸਾਨੂੰ ਪਤਾ ਲੱਗਿਆ ਕਿ ਇੱਕ ਲੋਕਪਾਲ ਨੂੰ, ਵਿਜੀਲੈਂਸ ਨੂੰ ਔਰ ਚੀਫ ਮਿਨਿਸਟਰ ਪੰਜਾਬ ਨੂੰ ਔਰ ਹੋਰ ਬਹੁਤ ਸਾਰੇ ਜਿਹੜੇ ਅਧਿਕਾਰੀ ਹੈਗੇ ਆ ਉਹਨਾਂ ਨੂੰ ਚਿੱਠੀ ਲਿਖੀ ਹੈ ਔਰ ਚਿੱਠੀ ਲਿਖ ਕੇ ਇਸ ਮਾਮਲੇ ਨੂੰ ਇੱਕ ਵਾਰੀ ਫਿਰ ਇਹਦੇ 'ਤੇ ਕਰੋੜਾਂ ਰੁਪਏ ਦੇ ਘਪਲੇ ਹੋਣ ਦੀ ਗੱਲਬਾਤ ਕੀਤੀ ਹੈ ਅਤੇ ਇਹਦੇ 'ਤੇ ਇਨਕੁਆਇਰੀ ਕਰਨ ਦੀ ਮੰਗ ਚੱਕੀ ਹੈ। ਸੋ ਇਸ ਸਾਰੇ ਮਾਮਲੇ ਦੇ ਵਿੱਚ ਅਸੀਂ ਐਡੀਸ਼ਨਲ ਜਿਹੜੇ ਐਡੀਸ਼ਨਲ ਜਿਹੜੇ ਐਡਵੋਕੇਟ ਜਨਰਲ ਹੈਗੇ ਆ ਪੀਊਸ਼ ਕਾਂਤ ਜੈਨ ਜੀ, ਉਹਨਾਂ ਤੋਂ ਐਕਸਪਰਟ ਦੀ ਰਾਏ ਲੈਂਦੇ ਆ, ਪੁੱਛਦੇ ਹਾਂ ਕਿ ਕੀ ਹੈ ਮਾਮਲਾ। ਹਾਂਜੀ ਸਰ। ਸੰਦੀਪ ਜੀ, ਜਿਹੜੇ ਮੈਂ ਪੇਪਰਸ ਇਹਦੇ ਐਗਜ਼ਾਮਿਨ ਕੀਤੇ ਹੈ ਜੀ, ਤਾਂ ਰਾਜੇਸ਼ ਗੁਪਤਾ ਜੀ ਵੱਲੋਂ ਜੀ ਇਹ ਰਿਪਰੈਜ਼ੈਂਟੇਸ਼ਨ ਗਈ ਹੈ ਮਾਨਨੀय ਲੋਕਪਾਲ ਪੰਜਾਬ ਨੂੰ, ਮਾਨਨੀय ਚੀਫ ਮਿਨਿਸਟਰ ਪੰਜਾਬ ਨੂੰ, ਚੀਫ ਸੈਕਟਰੀ ਨੂੰ, ਪ੍ਰਿੰਸੀਪਲ ਸੈਕਟਰੀ ਲੋਕਲ ਗਵਰਨਮੈਂਟ ਨੂੰ ਅਤੇ ਡਾਇਰੈਕਟਰ ਜਨਰਲ ਆਫ ਪੁਲਿਸ ਵਿਜੀਲੈਂਸ ਬਿਊਰੋ ਨੂੰ। ਜੀ ਉਹਦੇ 'ਚ ਜਿਹੜੇ ਫੈਕਟਸ ਸਾਹਮਣੇ ਆਏ ਹੈ ਜੀ, ਉਹਨਾਂ ਦੇ ਮੁਤਾਬਕ ਇਹ ਜਿਹੜੀ ਕਰਤਾਰ ਨਗਰ ਸਰਾਭਾ ਦੀ ਸਾਰੀ ਸਕੀਮ ਹੈ, ਉਹ ਸਕੀਮ ਲੁਧਿਆਣਾ ਇੰਪਰੂਵਮੈਂਟ ਟਰਸਟ ਨੇ 1964 ਦੇ ਵਿੱਚ ਇੱਕ ਕਰਤਾਰ ਸਿੰਘ ਸਰਾਭਾ ਨਗਰ ਲੁਧਿਆਣਾ ਦੇ ਨਾਮ ਤੇ ਇੱਕ ਡਿਵੈਲਪਮੈਂਟ ਸਕੀਮ ਐਸਟੈਬਲਿਸ਼ ਕੀਤੀ ਸੀ, ਸੈਟਅਪ ਕੀਤੀ ਸੀ। ਉਹ ਸਕੀਮ ਦੇ ਵਿੱਚ ਡਿਫਰੈਂਟ ਏਰੀਆਜ਼ ਦੇ ਵਿੱਚ ਰੈਜ਼ੀਡੈਂਸ਼ੀਅਲ ਏਰੀਆਜ਼ ਰੱਖੇ ਗਏ ਲੇਆਊਟ ਦੇ ਮੁਤਾਬਕ, ਕਮਰਸ਼ੀਅਲ ਏਰੀਆਜ਼ ਰੱਖੇ ਗਏ ਜਿਹਦੇ ਤੇ ਮਾਰਕੀਟਸ ਹੋਣ, ਸ਼ਾਪਸ ਹੋਣ, ਔਰ ਇੰਸਟੀਟਿਊਸ਼ਨਸ ਐਸਟੈਬਲਿਸ਼ ਕਰਨ ਲਈ ਕੁਝ ਏਰੀਆ ਰਿਜ਼ਰਵ ਕੀਤੇ ਗਏ। ਉਹਨਾਂ ਦੇ ਵਿੱਚ ਇੱਕ 22,814.55 ਸਕੁਅਰ ਯਾਰਡਸ ਦਾ ਏਰੀਆ, ਜਿਹੜਾ ਕਿ ਆ ਸਾਰਾ ਏਰੀਆ ਤੁਹਾਡੇ ਸਾਹਮਣੇ ਹੈ ਜੀ, ਇਸ ਏਰੀਆ ਨੂੰ ਉਹਨਾਂ ਨੇ ਰਿਜ਼ਰਵ ਕੀਤਾ ਇੱਕ ਪ੍ਰਾਇਮਰੀ ਸਕੂਲ ਬਣਾਉਣ ਲਈ। ਅੱਛਾ ਜੀ। ਇਹ ਲੇਆਊਟ ਪਲਾਨ ਦੇ ਵਿੱਚ ਇਹ ਸਾਰਾ ਏਰੀਆ 22,814.55 ਸਕੁਅਰ ਯਾਰਡ, ਜਿਹੜਾ ਕਿ 4.5 ਏਕੜ ਦੇ ਕਰੀਬ ਹੈ, ਉਹ ਪ੍ਰਾਇਮਰੀ ਸਕੂਲ ਐਸਟੈਬਲਿਸ਼ ਕਰਨ ਲਈ ਇਹ ਏਰੀਆ ਰਿਜ਼ਰਵ ਕੀਤਾ ਗਿਆ ਇਸ ਲੇਆਊਟ ਪਲਾਨ 'ਚ। ਉਸ ਦੇ ਮੁਤਾਬਕ ਨਿਊ ਹਾਇਰ ਸੈਕੰਡਰੀ ਸਕੂਲ ਦੀ ਸੁਸਾਇਟੀ ਨੇ ਅਪਲਾਈ ਕੀਤਾ। ਉਹਨਾਂ ਨੂੰ 23 ਫਰਵਰੀ 1970 ਨੂੰ ਇਹ ਏਰੀਆ ਜਿਹੜਾ ਹੈ 4.5 ਏਕੜ ਦਾ ਅਲਾਟ ਹੋ ਗਿਆ ਇੱਕ ਪ੍ਰਾਇਮਰੀ ਸਕੂਲ ਇੱਥੇ ਸੈਟਅਪ ਕਰਨ ਲਈ। ਉਸ ਤੋਂ ਬਾਅਦ ਇਹ ਜਿਹੜੀ ਇਹਦੇ ਵਿੱਚ ਜਿਹੜੀਆਂ ਅਲਾਟਮੈਂਟ ਦੀਆਂ ਕੰਡੀਸ਼ਨਸ ਸੀਗੀਆਂ, ਉਹ ਕੰਡੀਸ਼ਨਸ ਮੈਂ ਤੁਹਾਡੇ ਸਾਹਮਣੇ ਦੱਸ ਰਿਹਾ
ਉਹਦੇ 'ਚ 4-5 ਇੰਪੋਰਟੈਂਟ ਕੰਡੀਸ਼ਨ ਸੀਗੀਆਂ। ਜੀ ਇੱਕ ਸੀਗੀ ਕੰਡੀਸ਼ਨ ਨੰਬਰ 4 ਕਿ ਕੋਈ ਵੀ ਜਿਹੜੀ ਕੰਸਟਰਕਸ਼ਨ ਇੱਥੇ ਕੀਤੀ ਜਾਏਗੀ ਉਹ ਇੰਪਰੂਵਮੈਂਟ ਟਰਸਟ ਦੀ ਰਿਟਨ ਕੰਸੈਂਟ ਦੇ ਬਗੈਰ ਨਹੀਂ ਕੀਤੀ ਜਾਏਗੀ। ਠੀਕ ਹੈ ਜੀ। ਮੀਨਿੰਗ ਦੇਅਰ ਬਾਏ ਕਿ ਕੋਈ ਇਹਦੇ ਵਿੱਚ ਕੰਸਟਰਕਸ਼ਨ ਕਰਨੀ ਹੈ, ਉਹਦਾ ਕੋਈ ਪਲਾਨ ਬਣੇਗਾ ਔਰ ਇੰਪਰੂਵਮੈਂਟ ਟਰਸਟ ਤੋਂ ਉਹਦੀ ਸੈਂਕਸ਼ਨ ਮਿਲੇਗੀ ਤਾਂ ਹੀ ਇਹ ਕੰਸਟਰਕਸ਼ਨ ਇੱਥੇ ਹੋ ਸਕੇਗੀ। ਇਸੇ ਤਰੀਕੇ ਨਾਲ ਕਲੌਜ਼ ਨੰਬਰ 5 ਸੀਗੀ ਕਿ ਇਹ ਜਿਹੜਾ ਸਾਰਾ ਇੱਕ ਸਿੰਗਲ ਐਸਟੈਬਲਿਸ਼ਮੈਂਟ ਦੇ ਲਈ ਇਹ ਏਰੀਆ ਯੂਜ਼ ਕੀਤਾ ਜਾਏਗਾ, ਜਿਹੜਾ ਕਿ ਪ੍ਰਾਇਮਰੀ ਸਕੂਲ ਬਣੇਗਾ। ਇਹਨੂੰ ਡਿਫਰੈਂਟ ਮਲਟੀਪਲ ਐਸਟੈਬਲਿਸ਼ਮੈਂਟਸ ਇੱਥੇ ਨਹੀਂ ਬਣਾ ਸਕਦੇ ਅੱਛਾ ਜਿਹੜੇ ਵੀ ਅਲੋਟੀ ਹੋਣਗੇ। ਅੱਛਾ ਜੀ। ਕਲੌਜ਼ ਨੰਬਰ 13 ਸੀਗੀ ਕਿ ਇਹਦਾ ਪਰਪਸ ਪ੍ਰਾਇਮਰੀ ਸਕੂਲ ਚਲਾਉਣਾ ਹੈ ਜੀ। ਇੱਥੇ, ਕਿਉਂਕਿ ਇਸ ਏਰੀਆ ਨੂੰ ਇੱਕ ਸਕੂਲ ਦੀ ਜ਼ਰੂਰਤ ਹੋਏਗੀ ਔਰ ਉਹ ਪ੍ਰਾਇਮਰੀ ਸਕੂਲ ਬਣੇਗਾ ਔਰ ਪ੍ਰਾਇਮਰੀ ਸਕੂਲ ਇਸ ਤਰੀਕੇ ਨਾਲ ਜਿਹੜਾ ਕਿ ਸਾਰੀ ਇਸ ਏਰੀਆ ਦੀ ਪਬਲਿਕ ਨੂੰ ਜਿਹੜੀ ਕਿ ਹੈ ਸਰਵ ਕਰ ਸਕੇ, ਬੱਚੇ ਇੱਥੇ ਆ ਕੇ ਪੜ੍ਹ ਸਕਣ। ਔਰ ਇਹਦਾ ਫਿਰ ਪਰਪਸ ਜਿਹੜਾ ਹੈ ਚੇਂਜ ਨਹੀਂ ਕੀਤਾ ਜਾਏਗਾ। ਉਹ ਪ੍ਰਾਇਮਰੀ ਸਕੂਲ ਦਾ ਪਰਪਸ ਜਿਹੜਾ ਹੈ ਅਲੋਟਮੈਂਟ ਦੀ ਕੰਡੀਸ਼ਨ ਨੰਬਰ 13 ਉਹਨੂੰ ਉਹ ਚੇਂਜ ਨਹੀਂ ਕਰ ਸਕਦੇ। ਔਰ ਇਸ ਏਰੀਆ ਦੇ ਵਿੱਚੋਂ ਕੋਈ ਵੀ ਇਹਦਾ ਪਾਰਟ ਵੇਚਿਆ ਨਹੀਂ ਜਾ ਸਕਦਾ, ਕਿਸੇ ਨੂੰ ਟ੍ਰਾਂਸਫਰ ਨਹੀਂ ਕੀਤਾ ਜਾ ਸਕਦਾ, ਕਿਸੇ ਹੋਰ ਪਰਪਸ ਲਈ ਦਿੱਤਾ ਨਹੀਂ ਜਾ ਸਕਦਾ। ਇਹ ਕੰਡੀਸ਼ਨ ਸੀਗੀ। ਔਰ ਕੰਡੀਸ਼ਨ ਨੰਬਰ 11 ਸੀ, ਕਲੌਜ਼ ਨੰਬਰ 11 ਕਿ ਇਹ ਸਾਰੀਆਂ ਜਿਹੜੀਆਂ ਕੰਡੀਸ਼ਨਸ ਹੈ ਅਲੋਟਮੈਂਟ ਦੀਆਂ, ਅਗਰ ਇਹਨਾਂ ਦੀ ਕੋਈ ਵੀ ਉਲੰਘਣਾ ਹੋਏਗੀ ਤਾਂ ਇਹ ਅਲੋਟਮੈਂਟ ਕੈਂਸਲ ਹੋ ਜਾਏਗੀ ਔਰ ਇਹ ਜਿਹੜੀ ਲੈਂਡ ਹੈ ਪਲੱਸ ਇਹਦੇ ਤੇ ਜੋ ਕੁਝ ਵੀ ਬਣਿਆ ਹੋਏਗਾ ਉਹ ਸਾਰਾ ਰਿਜ਼ਿਊਮ ਹੋ ਜਾਏਗਾ, ਵਾਪਸ ਹੋ ਜਾਏਗਾ ਇੰਪਰੂਵਮੈਂਟ ਟਰਸਟ ਨੂੰ। ਸੋ ਇਸ ਕੰਡੀਸ਼ਨਸ ਦੇ ਨਾਲ ਅਲੋਟਮੈਂਟ ਕੀਤੀ ਗਈ ਔਰ ਇਹਦੇ ਬੇਸਿਸ ਤੇ ਕਨਵੇਂਸ ਡੀਡ ਦੀ ਰਜਿਸਟਰੀ ਹੋਈ 21 ਮਾਰਚ 1991 ਨੂੰ। ਠੀਕ ਹੈ ਸਰ। ਨਿਊ ਹਾਇਰ ਸੈਕੰਡਰੀ ਸਕੂਲ ਦੀ ਸੁਸਾਇਟੀ ਦੇ ਫੇਵਰ ਦੇ ਵਿੱਚ। ਠੀਕ ਹੈ ਜੀ। ਇੱਕ ਗਵਰਨਮੈਂਟ ਗ੍ਰਾਂਟਸ ਐਕਟ ਹੈ 1895 ਦਾ ਜੀ, ਉਹਦੇ ਵਿੱਚ ਪ੍ਰੋਵਾਈਡਡ ਹੈ ਕਿ ਅਗਰ ਗਵਰਨਮੈਂਟ ਵੱਲੋਂ ਕੋਈ ਵੀ ਪ੍ਰਾਪਰਟੀ ਜਿਹੜੀ ਹੈ ਉਹ ਅਲਾਟ ਕੀਤੀ ਜਾਂਦੀ ਹੈ ਕਿਸੇ ਸਪੈਸ਼ਲ ਪਰਪਸ ਲਈ ਜੀ, ਉਹਦੇ ਲਈ ਗ੍ਰਾਂਟ ਦਿੱਤੀ ਜਾਂਦੀ ਹੈ ਜਾਂ ਪ੍ਰਾਪਰਟੀ ਦਿੱਤੀ ਜਾਂਦੀ ਹੈ ਕਿਸੇ ਨੂੰ, ਉਹ ਚੇਂਜ ਸੁਸਾਇਟੀ ਨੇ ਪਹਿਲੇ 1972 ਚ ਇੱਕ ਕੋਸ਼ਿਸ਼ ਕੀਤੀ। ਅੱਛਾ ਜੀ। ਕਿ ਇੱਥੇ ਅਸੀਂ ਕਾਲਜ ਐਸਟੈਬਲਿਸ਼ ਕਰ ਲਈਏ ਜੀ। ਇਹਦੇ ਲਈ ਉਹਨਾਂ ਰਿਕੁਐਸਟ ਨੂੰ ਪੋਲਿਸੀ ਕਰ ਉਹਦਾ ਰਿਜੈਕਟ ਕੀਤਾ। ਇਸੇ ਪ੍ਰਾਪਰਟੀ ਦੇ ਵਿੱਚ ਰਾਈਟਲੀ ਰਿਜੈਕਟ ਕੀਤੀ ਕਿਉਂਕਿ ਇਹਦੀਆਂ ਕੰਡੀਸ਼ਨਸ ਦੇ ਮੁਤਾਬਕ ਚੀਜ਼ ਨਹੀਂ ਬਣ ਸਕਦੀ, ਸਿਰਫ ਪ੍ਰਾਇਮਰੀ ਸਕੂਲ ਚੱਲੇਗਾ ਜੀ। ਫਿਰ ਇਹਨਾਂ ਨੇ 1991 ਦੇ ਵਿੱਚ ਜੀ ਫਿਰ ਇੱਕ ਕੋਸ਼ਿਸ਼ ਕੀਤੀ ਕਿ ਅਸੀਂ ਇਹਦੇ ਵਿੱਚੋਂ 1500 ਸਕੁਅਰ ਯਾਰਡਸ ਨੂੰ ਕੱਟ ਕੇ ਸੈਪਰੇਟ ਕੱਢ ਕੇ ਇਹਨੂੰ ਵੇਚਣਾ ਹੈ ਜੀ। ਉਹਦੀ ਉਹ ਵੀ ਰਾਈਟਲੀ ਇੰਪਰੂਵਮੈਂਟ ਟਰਸਟ। ਅੱਛਾ ਜੀ। ਇਹਨੂੰ ਨਹੀਂ ਕੱਟਿਆ ਜਾ ਸਕਦਾ, ਇਹਦੇ ਡਿਵੀਜ਼ਨ ਨਹੀਂ ਹੋ ਸਕਦੀ, ਫਰੈਗਮੈਂਟੇਸ਼ਨ ਨਹੀਂ ਹੋ ਸਕਦੀ, ਤਾਂ ਇਹਨੂੰ ਸਾਰੀ ਦੀ ਸਾਰੀ ਨੂੰ ਐਜ਼ ਇਟ ਇਜ਼ ਪ੍ਰਾਇਮਰੀ ਸਕੂਲ ਦੇ ਲਈ ਯੂਜ਼ ਕੀਤਾ ਜਾ ਸਕਦਾ। ਇਸ ਤਰੀਕੇ ਨਾਲ ਇਹ ਚੱਲ ਰਿਹਾ ਸੀ। ਲੇਕਿਨ ਕੁਝ ਪਿਛਲੇ ਸਾਲਾਂ ਦੇ ਵਿੱਚ ਆਪਣੇ ਨਿੱਜੀ ਸਵਾਰਥਾਂ ਦੇ ਲਈ ਇਹਨੂੰ ਕਮਰਸ਼ੀਅਲੀ ਇਹਨੂੰ ਹੋਰ ਪਰਪਸ ਇਹਦਾ ਯੂਜ਼ ਕਰਨ ਲਈ ਔਰ ਬਣਾਉਣ ਲਈ ਹੋ ਸਕਦਾ। ਸਰ ਤੁਸੀਂ ਖੁਦ ਹੀ ਕਿਹਾ ਕਿ ਇੰਪਰੂਵਮੈਂਟ ਟਰਸਟ ਨੇ ਕਾਲਜ ਬਣਾਉਣ ਲਈ ਜਦੋਂ ਉਹਨਾਂ ਨੇ ਆਪ ਕਿਹਾ ਸਕੂਲ ਨੇ ਤੇ ਆਬਜੈਕਟ ਕਰਤੀ ਤੇ ਹੁਣ ਕਿਦਾਂ ਉਹ ਪਰਮਿਸ਼ਨ ਮਿਲ ਗਈ? ਇਹੀ ਤਾਂ ਦੱਸਣ ਦੀ ਗੱਲ ਹੈ, ਇਹੀ ਤਾਂ ਘਪਲਾ, ਇਹੀ ਤਾਂ ਸਕੈਂਡਲ ਹੈ ਜਿਹੜਾ ਤੁਸੀਂ ਮੈਨੂੰ ਕਹਿ ਰਹੇ ਹੋ। ਤਜਰਬਾ ਕੀ ਸਕੈਂਡਲ ਤਾਂ ਇਹ ਹੈ? ਹਾਂ ਸਕੈਂਡਲ ਹੈ, ਉਹ ਇੱਥੇ ਐਕਸਪੋਜ਼ ਹੁੰਦਾ। ਹਾਂ ਸਕੈਂਡਲ ਇਹ ਹੈ, ਸਕੈਂਡਲ ਹੈ। ਇਹ ਕਿੱਥੋਂ ਐਕਸਪੋਜ਼ ਹੋ ਰਿਹਾ ਹੈ? ਇਹ ਪਿਛਲੇ ਕੁਝ ਸਾਲਾਂ ਦੇ ਵਿੱਚ ਇਹਦੇ ਵਿੱਚ ਜਿਹੜਾ ਇਹ ਗਰੁੱਪ ਹੈ ਜਿਹੜਾ ਇਹਨੂੰ ਕੰਟਰੋਲ ਕਰ ਰਿਹਾ ਹੈ, ਕੀ ਨਾਮ ਹੈ ਉਹਦਾ? ਇਹ ਮੜੀਆ ਗਰੁੱਪ ਕਹਿੰਦੇ ਉਹਨੂੰ। ਮੜੀਆ ਗਰੁੱਪ ਹੈ, ਉਹਦੇ ਸੁਨੀਲ ਦੱਤ ਮੜੀਆ ਉਹਦੇ ਹੈੱਡ ਹੈ ਜੀ, ਤੇ ਨਾਲ ਕੁਝ ਹੋਰ ਉਹਨਾਂ ਦੇ ਗਰੁੱਪ ਮੈਂਬਰਸ ਹੈਗੇ ਆ ਜੀ। ਤਾਂ ਉਹਨਾਂ ਨੇ ਕੀ ਕੀਤਾ, ਦੇ ਨਾਲ ਇੱਕ ਇਹਨਾਂ ਨੇ ਬਣਾ ਲਿਆ ਜੀ, ਇੱਕ ਇਹਨਾਂ ਨੇ ਬਣਾ ਲਿਆ ਐਸਟੈਬਲਿਸ਼ਮੈਂਟ ਬਣਾ ਲਈ ਔਰ ਉਹਦੇ ਲਈ ਔਰ ਨਾਲ ਹੀ ਨਾਲ ਜੀ ਇੱਕ ਕੋਈ ਸ਼੍ਰੀਮਤੀ ਜਿਆ ਬਾਂਸਲ ਹੈ ਜੀ, ਵਾਈਫ ਆਫ ਸ਼੍ਰੀ ਗੁਰਪ੍ਰੀਤ ਸਿੰਘ ਬਾਂਸਲ ਜੀ, ਉਹਨਾਂ ਨੇ ਨਾਲ ਮਿਲ ਕੇ 15 ਨੂੰ ਇੱਕ ਲੀਜ਼ ਡੀਡ ਤਿਆਰ ਕਰ ਲਈ ਜੀ।
ਜਿਹੜੀ ਕਿ ਫਿਰ ਉਲੰਘਣਾ ਸੀਗੀ। ਅੱਛਾ ਜੀ ਇੱਕ ਤਾਂ ਪਰਪਸ ਦੀ ਉਲੰਘਣਾ, ਜੀ ਇੱਕ ਟ੍ਰਾਂਸਫਰ ਕਰਨ ਦੀ ਉਲੰਘਣਾ, ਜੀ ਉਹਨਾਂ ਦੇ ਨਾਲ ਮਿਲ ਕੇ ਜੀ ਉਹ ਵੀ 1,50,000 ਪਰ ਮੰਥ ਦੀ ਮੰਥਲੀ ਜਿਹੜੀ ਹੈ ਰੈਂਟਲ ਇਹਦੇ ਅਮਾਉਂਟ ਫਿਕਸ ਕਰਕੇ ਜੀ। 21 ਸਾਲ ਦੀ ਲੀਸ ਉਹਨਾਂ ਦੇ ਨਾਲ ਕਰ ਲਈ ਜੀ 650 ਸਕੁਅਰ ਯਾਰਡ ਦੀ। ਜੀ ਸਰ ਤੁਸੀਂ ਇੱਥੇ ਇੱਕ ਗੱਲ ਕੀਤੀ ਹੈ ਕਿ ਰੈਂਟਲ ਫਿਕਸ ਕਰ ਲਈ, ਹਾਂਜੀ। ਇਹ ਰੈਂਟ ਕੌਣ ਲੈ ਰਿਹਾ? ਸਵਾਲੀਆ ਨਿਸ਼ਾਨ ਮਤਲਬ Naturally, ਕੁਐਸਚਨ ਹੈ ਇਹ ਦੇਣ ਵਾਲੇ ਜਿਹੜੇ ਮੜੀਆ ਗਰੁੱਪ ਵਾਲੇ, ਮੜੀਆ ਗਰੁੱਪ ਮੜੀਆ group ਵਾਲੇ? ਪਰਸਨਲ ਨਾਮ ਤੇ ਲੈ ਰਹੇ ਜਾਂ ਸਕੂਲ ਦੇ ਨਾਮ ਦੇਖੋ ਇਹ ਤਾਂ ਇਨਵੈਸਟੀਗੇਸ਼ਨ ਦੀ ਗੱਲ ਹੈ, ਓਕੇ ਲੇਕਿਨ ਉਲੰਘਣਾ ਤਾਂ ਹੈ ਨਾ। ਬਿਲਕੁਲ ਠੀਕ ਹੈ ਅਲਾਟਮੈਂਟ ਦੀਆਂ ਜਿਹੜੀਆਂ ਕੰਡੀਸ਼ਨਸ ਹੈ ਜੀ। ਉਹ ਜਿਹੜਾ ਪਬਲਿਕ ਪਰਪਸ ਸੀਗਾ ਪ੍ਰਾਇਮਰੀ ਸਕੂਲ ਚਲਾਉਣ ਦਾ, ਉਹ ਤਾਂ ਬਿਲਕੁਲ ਹੀ ਖਤਮ ਹੋ ਗਿਆ। ਬਿਲਕੁਲ ਤੁਸੀਂ ਠੀਕ ਆ ਦੇਖੋ ਆ ਸਾਰੀ ਬਿਲਡਿੰਗ ਆਪਾਂ ਹੁਣ ਇਸ ਵੇਲੇ ਸਾਈਟ ਤੇ ਖੜੇ ਆ, ਹਾਂਜੀ ਤੁਸੀਂ ਇਹ ਦੇਖੋ ਤੁਹਾਨੂੰ ਇੱਥੇ ਸ਼੍ਰੀ ਰਾਮ ਯੂਨੀਵਰਸਲ ਸਕੂਲ ਨਜ਼ਰ ਆ ਰਿਹਾ, ਜੀ ਤੁਹਾਨੂੰ ਇੱਥੇ ਆਰਚਰਡ ਇੰਸਟੀਚਿਊਟ ਨਜ਼ਰ ਆ ਰਿਹਾ, ਜੀ। ਤੁਹਾਨੂੰ ਇੱਥੇ ਉਹ ਕੰਗਰੂ ਕਿਡ ਸਕੂਲ ਨਜ਼ਰ ਆ ਰਿਹਾ, ਜੀ। ਇੱਥੇ ਨਿਊ ਹਾਇਰ ਸੈਕੰਡਰੀ ਸਕੂਲ ਨਜ਼ਰ ਆ ਰਿਹਾ ਤੁਹਾਨੂੰ, ਨਹੀਂ ਆ ਰਿਹਾ ਤਾਂ ਸਵਾਏ ਇੱਕ ਛੋਟੇ ਜਿਹੇ ਬੋਰਡ ਤੋਂ ਇੱਕ ਗਲੀ ਤੋਂ ਜੀ। ਨਿਊ ਹਾਇਰ ਸੈਕੰਡਰੀ ਸਕੂਲ ਇੱਥੇ ਕੋਈ ਨਜ਼ਰ ਨਹੀਂ ਆ ਰਿਹਾ। ਜੀ ਚਲੋ ਅਗਰ ਕੋਈ ਛੋਟਾ ਜਿਹਾ ਪੋਰਸ਼ਨ ਇਹਦਾ ਯੂਜ਼ ਹੋ ਰਿਹਾ ਸਕੂਲ ਲਈ, ਹਾਂ ਕੁਐਸਚਨ ਇਹ ਹੈ ਕਿ ਆਹ ਜਿਹੜੇ ਚੀਜ਼ਾਂ ਬਣ ਗਈਆਂ, ਇੱਕ ਤਾਂ ਇਹ ਨਵੀਆਂ ਐਸਟੈਬਲਿਸ਼ਮੈਂਟਸ ਬਣ ਗਈਆਂ ਜੀ ਜਿਹੜੀ ਕਿ ਸਿੰਗਲ ਐਸਟੈਬਲਿਸ਼ਮੈਂਟ ਲਈ ਯੂਜ਼ ਹੋਣੀ ਸੀ ਸਾਰੀ ਪ੍ਰਾਪਰਟੀ, ਬਿਲਕੁਲ ਠੀਕ ਹੈ ਫਿਰ ਇਹਦੀਆਂ ਫਰੈਗਮੈਂਟੇਸ਼ਨਸ ਹੋ ਗਈਆਂ, ਜੀ ਇਹਦੀਆਂ ਡਿਵਾਈਡ ਕਰ ਲਿੱਤਾ ਗਿਆ, ਅਲੱਗ-ਅਲੱਗ ਚੀਜ਼ਾਂ ਚੱਲ ਰਹੀਆਂ ਜਿਹੜੀ ਕਿ ਇੱਕ ਚੱਲਣੀ ਸੀ, ਜੀ ਔਰ ਇਹਦੀ ਐਲੀਨੇਸ਼ਨ ਹੋ ਗਈ, ਲੀਜ਼ ਡੀਡਾਂ ਬਣ ਗਈਆਂ, ਜੀ ਉਹ ਐਲੀਨੇਸ਼ਨਸ ਹੋ ਗਈਆਂ, ਟ੍ਰਾਂਸਫਰ ਹੋ ਗਈ ਪ੍ਰਾਪਰਟੀ, ਜੀ ਔਰ ਉਹ ਵੀ ਕਮਰਸ਼ੀਅਲ ਗੇਨਸ ਲਈ 1,15,000 1.5 ਲੱਖ ਰੁਪਇਆ ਪਰ ਮੰਥ ਦੇ ਹਿਸਾਬ ਨਾਲ ਕਮਰਸ਼ੀਅਲ ਗੇਨਸ ਲਈ, ਔਰ ਦੁਕਾਨਾਂ ਬਣ ਗਈਆਂ, ਗੋਡਾਊਨਸ ਬਣ ਗਏ। ਸੋ ਇਹ ਇੰਪਰੂਵਮੈਂਟ ਟਰਸਟ ਨੂੰ ਪਤਾ ਲੱਗਿਆ, ਇੰਪਰੂਵਮੈਂਟ ਟਰਸਟ ਨੇ ਮਿਊਨਿਸਪਲ ਕਾਰਪੋਰੇਸ਼ਨ ਵਾਲਿਆਂ ਨੂੰ ਲੈਟਰ ਲਿਖੀ, ਜੀ ਉਹ ਮੈਂ ਤੁਹਾਨੂੰ ਦੱਸਾਂ ਸੈਪਟੈਂਬਰ 2018 ਚ ਜੀ ਪਹਿਲੇ ਤਾਂ ਇੰਪਰੂਵਮੈਂਟ ਟਰਸਟ ਨੇ ਇਹਦੀ ਫੀਲਡ ਰਿਪੋਰਟ ਲਈ, ਇਹ ਗੱਲ ਵੈਰੀਫਾਈ ਕਰਨ ਲਈ ਕਿ ਵੀ ਇਹ ਕੀ ਚੀਜ਼ਾਂ ਇੱਥੇ ਬਣ ਗਈਆਂ, ਜੀ ਕਿੱਦਾਂ ਇਹ ਉਲੰਘਣਾ ਹੋਈ। ਉਹ ਫੀਲਡ ਰਿਪੋਰਟ ਆਈ, ਉਸ ਫੀਲਡ ਰਿਪੋਰਟ ਨੂੰ ਦੇਖਦੇ ਹੋਏ 26 ਮਾਰਚ 2019 ਨੂੰ ਇੰਪਰੂਵਮੈਂਟ ਟਰਸਟ ਨੇ ਖੁਦ ਲੈਟਰ ਲਿਖੀ ਮਿਊਨਿਸਪਲ ਕਾਰਪੋਰੇਸ਼ਨ ਨੂੰ ਲੁਧਿਆਣਾ ਨੂੰ ਕਿ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਇਹ ਜਿਹੜੀਆਂ ਇਹਨਾਂ ਨੇ ਕੰਸਟਰਕਸ਼ਨਸ ਕੀਤੀਆਂ ਉਹਦਾ ਨਕਸ਼ੇ ਪਾਸ ਕਰਾ ਲਏ ਮਿਊਨਿਸਪਲ ਕਾਰਪੋਰੇਸ਼ਨ ਤੋਂ, ਜਿਹੜਾ ਕਿ ਮਿਊਨਿਸਪਲ ਕਾਰਪੋਰੇਸ਼ਨ ਨੂੰ ਕੋਈ ਰਾਈਟ ਹੀ ਨਹੀਂ ਸੀਗਾ। ਓਕੇ ਪਹਿਲੇ ਤਾਂ ਇਲੀਗਲ ਕੰਸਟਰਕਸ਼ਨਸ ਹੈ, ਬਿਲਕੁਲ ਠੀਕ ਹੈ ਕੰਡੀਸ਼ਨਸ ਦੀ ਵਾਇਓਲੇਸ਼ਨ ਹੈ ਜੀ ਅਲਾਟਮੈਂਟ ਦੀ, ਇਹਦਾ ਮਤਲਬ ਹੈ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਮਿਊਨਿਸਪਲ ਕਾਰਪੋਰੇਸ਼ਨ ਵੀ ਬਰਾਬਰ ਦੀ ਬਰਾਬਰ ਦੀ ਭਾਗੀਦਾਰੀ ਹੈ, ਜਿਹੜੇ ਉਹਦੇ ਅਫੀਸ਼ੀਅਲਸ ਹੈ। ਇੰਪਰੂਵਮੈਂਟ ਟਰਸਟ ਨੇ ਖੁਦ ਲਿਖਿਆ, ਜੀ ਇੰਪਰੂਵਮੈਂਟ ਟਰਸਟ ਦੇ ਵੱਲੋਂ ਇੱਕ ਚਿੱਠੀ ਗਈ 26 ਮਾਰਚ 2019 ਨੂੰ ਜੀ ਕਿ ਜੀ ਇਹ ਸਾਰੀਆਂ ਉਲੰਘਣਾ ਹੋਈਆਂ ਸਾਡੇ ਅਲਾਟਮੈਂਟ ਟਰਮਸ ਦੀਆਂ ਵਾਇਓਲੇਸ਼ਨਸ ਕਰਕੇ ਸਾਰੀਆਂ ਕੰਸਟਰਕਸ਼ਨਸ ਆਈਆਂ। ਇਹ ਜਿਹੜੀ ਚਿੱਠੀ ਕਿਹਨੇ ਲਿਖੀ, ਕੋਈ ਕਲਰਕ ਨੇ ਜਾਂ ਚੇਅਰਮੈਨ ਨੇ? ਨਹੀਂ ਚੇਅਰਮੈਨ ਵੱਲੋਂ ਇੰਪਰੂਵਮੈਂਟ ਟਰਸਟ ਵੱਲੋਂ ਪ੍ਰੋਪਰ ਰੈਗੂਲਰ ਲੈਟਰ ਗਈ ਪਰ ਸਰ ਕਿ ਇਹ ਸਾਰੀਆਂ, ਇੱਕ ਮਿੰਟ ਮੈਨੂੰ ਗੱਲ ਐਕਸਪਲੇਨ ਕਰ ਦੇਣਾ ਮੈਂ ਤੁਹਾਨੂੰ, ਫਿਰ ਤੁਹਾਨੂੰ ਸਮਝ ਆ ਜਾਏਗੀ, ਕਲੀਅਰ ਹੋ ਜਾਏਗੀ। ਉਸ ਲੈਟਰ ਦੇ ਰਾਹੀਂ ਉਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਕੰਸਟਰਕਸ਼ਨਸ ਹੋਈਆਂ ਇਹ ਇਲੀਗਲ ਹੋਈਆਂ, ਉਹਨਾਂ ਨੇ ਹੁਣ ਇਹ ਵਾਇਓਲੇਸ਼ਨ ਜਿਹੜੀਆਂ ਹੋਈਆਂ ਇਹ ਗਲਤ ਹੋਈਆਂ ਔਰ ਇਹਦੇ ਜਿਹੜੇ ਤੁਸੀਂ ਨਕਸ਼ੇ ਪਾਸ ਕਰਤੇ ਉਹ ਬਿਲਕੁਲ ਇਲੀਗਲ ਹੈ, ਇਹ ਨਕਸ਼ੇ ਕੈਂਸਲ ਕਰੋ, ਇਹ ਨਕਸ਼ੇ ਕੈਂਸਲ ਕਰੋ। ਤਾਂ ਉਹ ਨਕਸ਼ੇ ਕੈਂਸਲ ਕਰਕੇ ਰਾਦਰ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਦੇ EMPLOYEES ਹੈ, ਅਫੀਸ਼ੀਅਲਸ ਹੈ, ਜਿਨ੍ਹਾਂ ਨੇ ਉਹ ਨਕਸ਼ੇ ਪਾਸ ਕਰਨ ਦੇ ਲਈ ਰੋਲ ਉਹਦੇ ਚ ਪਲੇ ਕੀਤਾ ਹੈ, ਉਹਨਾਂ ਦੇ ਐਕਸ਼ਨ ਲਓ। ਅੱਛਾ ਇਹ ਇੰਪਰੂਵਮੈਂਟ ਟਰਸਟ ਨੇ ਲਿਖਿਆ 26 ਮਾਰਚ 2019 ਨੂੰ। ਅੱਛਾ ਫਿਰ ਉਸ ਤੋਂ ਬਾਅਦ ਇੰਪਰੂਵਮੈਂਟ ਟਰਸਟ ਦੇ ਵਿੱਚ ਇੱਕ ਜਿਹੜੇ ਚੇਅਰਮੈਨ ਸੀ 2019 ਦੀ ਗੱਲ ਹੈ 2/5/2019 ਨੂੰ ਇਸ ਆਫੀਸਰ ਰਹੇ ਸੀਗੇ, ਉਹਨਾਂ ਨੇ ਐਗਜ਼ਾਮਿਨ ਕੀਤਾ ਇਸ ਮੈਟਰ ਨੂੰ ਔਰ ਉਹਨਾਂ ਨੇ ਐਗਜ਼ਾਮਿਨ ਕਰਕੇ ਆਰਡਰ ਉਹਨਾਂ ਨੂੰ ਵਾਇਲੇਟ ਕੀਤਾ ਗਿਆ। ਇਹ ਅਲਾਟਮੈਂਟ ਕੈਂਸਲ ਕਰਨੀ ਚਾਹੀਦੀ ਹੈ ਔਰ ਇਸ ਕੈਂਸਲੇਸ਼ਨ ਦੇ ਲਈ ਰੈਜ਼ੋਲੂਸ਼ਨ ਪਾਵੇ ਇੰਪਰੂਵਮੈਂਟ ਟਰਸਟ ਔਰ ਇਹਨੂੰ ਕੈਂਸਲ ਕਰੇ। ਠੀਕ ਹੈ ਜੀ। ਉਹ 2 ਮਈ 2019 ਦੀ ਜਿਹੜੀ ਆਰਡਰ ਹੈ ਚੇਅਰਮੈਨ ਦਾ ਉਸ ਵੇਲੇ ਦੇ ਇੰਪਰੂਵਮੈਂਟ ਟਰਸਟ ਦੇ, ਉਹ ਇਹਨਾਂ ਨੇ ਦਬਾ ਲਿਆ ਕਿਉਂਕਿ ਉਹ ਚੇਅਰਮੈਨ ਚੇਂਜ ਹੋ ਗਏ। ਅੱਛਾ ਜੀ। ਨੋਮੀਨੇਟਡ ਚੇਅਰਮੈਨ ਆ ਗਏ ਜੀ। ਉਹ ਵਿਦ ਪੋਲੀਟੀਕਲ ਇੰਟਰਸਟ ਆ ਗਏ। ਅੱਛਾ ਜੀ। ਤੇ ਉਹ ਪੋਲੀਟੀਕਲ ਇੰਟਰਸਟਡ ਜਿਹੜੇ ਲੋਕ ਜਿਹੜੇ ਆਏ ਜੀ। ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ। ਮੈਂ ਇਹ ਪੁੱਛਣਾ ਚਾਹਾਂਗਾ ਤੁਹਾਡੀ ਜਗ੍ਹਾ ਕਿ ਇੱਕ IAS ਜਾਂ IPS ਚੇਅਰਮੈਨ ਦੀ ਜ਼ਿਆਦਾ ਕ੍ਰੈਡੈਂਸ਼ੀਅਲ ਵੈਲਿਊ ਮੰਨੀ ਜਾਏਗੀ ਜਾਂ ਕਿਉਂਕਿ ਚੇਅਰਮੈਨ ਤਾਂ ਚੇਅਰਮੈਨ ਹੀ ਹੈ, ਠੀਕ ਹੈ, ਜਾਂ ਇੱਕ ਪੋਲੀਟੀਕਲ ਚੇਅਰਮੈਨ ਦੀ ਜ਼ਿਆਦਾ ਕ੍ਰੈਡੈਂਸ਼ੀਅਲਸ ਮੰਨੀਆਂ ਜਾਣਗੀਆਂ? ਦੇਖੋ ਕ੍ਰੈਡੈਂਸ਼ੀਅਲਸ ਤਾਂ
ਡਿਪੈਂਡ ਕਰਦਾ ਹੈ ਬੰਦੇ ਦੀ ਪਰਫਾਰਮੈਂਸ ਤੇ, ਜੀ। ਉਹਦੀ ਆਪਣੀ ਇੰਟੈਗ੍ਰਿਟੀ ਮੈਂ ਤੇ। ਤਾਂ ਪੁੱਛਣਾ ਚਾਹੁੰਦਾ ਜਿਹੜਾ Yes. ਤੁਸੀਂ ਸਾਨੂੰ ਹੁਣੇ ਆ ਸਾਰੀ ਚੀਜ਼ਾਂ ਦਸੀਆਂ, ਹਾਂਜੀ। ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਮੌਜੂਦਾ ਚੇਅਰਮੈਨ ਸਾਹਿਬ ਨਾਲ, ਹਾਂਜੀ, ਹਾਂਜੀ। ਜਿਹੜੇ ਇੰਪਰੂਵਮੈਂਟਰਸ ਹਾਂਜੀ, ਨੇ। ਹਾਂਜੀ। ਉਹਨਾਂ ਨੇ ਸਾਨੂੰ ਇਹ ਕਿਹਾ ਸੀਗਾ, ਰਾਮਨ ਬਾਲਾ ਜੀ ਸੁਬਰਾਮਨੀਅਮ ਨੇ, ਉਹਨਾਂ ਨੇ ਇਹ ਕਿਹਾ ਸੀਗਾ ਜੀ ਦੇਖੋ ਇਹ ਐਜੂਕੇਸ਼ਨ ਲਈ ਅਲਾਟ ਹੋਈ ਸੀ ਤੇ ਅੱਜ ਵੀ ਜਿਹੜਾ ਪਰਪਸ ਡਿਫੀਟ ਨਹੀਂ ਹੋਇਆ, ਐਜੂਕੇਸ਼ਨ ਹੋ ਰਹੀ ਹੈ। ਮੈਂ ਉਹਨਾਂ ਨੂੰ ਕਿਹਾ ਜੀ ਇਦਾਂ ਤਾਂ ਫਰੈਗਮੈਂਟੇਸ਼ਨ ਜਿਹੜੀ ਤੁਸੀਂ ਚੀਜ਼ਾਂ ਕਹੀਆਂ ਅਸੀਂ ਇਹ ਤਰਕ ਦਿੱਤਾ। ਕਹਿੰਦੇ ਸੰਦੀਪ ਜੀ ਗੱਲ ਇਹ ਹੈ ਕਿ ਅੱਜ ਦੇ ਟਾਈਮ 'ਚ ਹੁਣ ਸਮਾਰਟ ਸਕੂਲਸ ਆ ਗਿਆ, ਹੁਣ ਅਸੀਂ ਇਹ ਥੋੜੀ ਕਹੀ ਜਾਵਾਂਗੇ ਪੁਰਾਣੇ ਸਟਾਈਲ ਨਾਲ ਹੀ ਪੜ੍ਹਾਈ ਜਾਓ, ਸਾਨੂੰ ਅਪਗ੍ਰੇਡ ਤਾਂ ਕਰਨਾ ਹੀ ਪਏਗਾ। ਸੋ ਉਹਨਾਂ ਨੇ ਸਾਨੂੰ ਇਹ ਤਰਕ ਦਿੱਤੇ ਇਹਦੇ ਲਈ ਕਿ ਉਹਨਾਂ ਨੇ ਕਿਹਾ ਇਹ ਕੋਈ ਘੁਟਾਲਾ ਨਹੀਂ, ਅਸੀਂ ਚੈੱਕ ਕਰ ਲਏ ਤੇ ਆਹ ਚੀਜ਼ ਹੈਗੀ ਹੈ। ਦੇਖੋ ਸੰਦੀਪ ਜੀ, ਜਿਹੜੀਆਂ ਅਲਾਟਮੈਂਟ ਦੀਆਂ ਕੰਡੀਸ਼ਨਸ ਹੈ ਉਹਨਾਂ ਦੀ ਜੇ ਉਲੰਘਣਾ ਹੋਈ ਹੈ, ਵਾਇਲੇਸ਼ਨਸ ਹੋਈਆਂ ਜੀ, ਉਹ ਵਾਇਲੇਸ਼ਨਸ ਤੇ ਐਕਸ਼ਨ ਤਾਂ ਹੋਣਾ ਚਾਹੀਦਾ, ਨੰਬਰ 1। ਔਰ ਉਹ ਵਾਇਲੇਸ਼ਨਸ ਕਿਉਂ ਕੀਤੀਆਂ ਗਈਆਂ ਔਰ ਉਹਨਾਂ ਦੇ ਕੰਸੀਕੁਐਂਸਸ ਜਿਹੜੇ ਹੈ ਪਰਸਨਲ ਬੈਨੀਫਿਟਸ ਲਈ ਕੀਤੇ ਗਏ ਉਹਨਾਂ ਦਾ ਪਤਾ ਲੱਗਣਾ ਚਾਹੀਦਾ। ਨੰਬਰ 2, ਇਹ ਮਰਜ਼ੀ ਨਾਲ ਨਹੀਂ ਹੋ ਸਕਦਾ ਕਿ ਜੇ ਅੱਜ ਕਿਸੇ ਚੇਅਰਮੈਨ ਨੇ ਆਪਣੀ ਮਰਜ਼ੀ ਨਾਲ ਕੁਝ ਬਣਾਤਾ ਤਾਂ ਦੂਸਰੇ ਚੇਅਰਮੈਨ ਆਪਣੀ ਮਰਜ਼ੀ ਨਾਲ ਉਹਨੂੰ ਬਦਲ ਦੇਣ। ਜੀ, ਮੈਂ ਉਹੀ ਇਹ ਤਰਕ ਦੇ ਕੇ ਇਹ ਦੇਖੋ, ਇਹ ਜਿਹੜੀਆਂ ਹੁੰਦੀਆਂ ਪ੍ਰਪੋਜ਼ਲਸ, ਚੇਅਰਮੈਨ ਜਿਹੜੇ ਹੈ ਉਹ ਆਪਣੀ ਰਿਕਮੈਂਡੇਸ਼ਨਸ ਦਿੰਦੇ ਹੈ, ਟਰਸਟ ਉਹਨੂੰ ਰੈਜ਼ੋਲੂਸ਼ਨ ਪਾ ਕੇ ਉਹਨੂੰ ਅਪਰੂਵ ਕਰਦੀ ਹੈ, ਫਿਰ ਇਹ ਗਵਰਨਮੈਂਟ ਕੋਲੋਂ ਫਾਈਨਲ ਸੈਂਕਸ਼ਨ ਮਿਲਦੀ ਹੈ। ਇਹਦੀ ਚੇਂਜਸ ਦੀ ਬਾਰੇ ਇਹ ਨਵੀਆਂ ਜਿਹੜੀਆਂ ਇੱਥੇ ਐਸਟੈਬਲਿਸ਼ਮੈਂਟਸ ਹੋਈਆਂ, ਬਿਲਡਿੰਗਸ ਬਣੀਆਂ, ਇਹਦੇ ਤੇ ਐਲੀਨੇਸ਼ਨਸ ਹੋਈਆਂ, ਨਵੀਆਂ ਲੀਜ਼ ਡੀਡ ਹੋਈਆਂ, ਇੰਨੇ ਲੱਖਾਂ ਰੁਪਏ ਪਰ ਮੰਥ ਦੇ ਹਿਸਾਬ ਦੇ ਨਾਲ ਦਿੱਤੀਆਂ ਗਈਆਂ, ਗੋਡਾਊਨ ਬਣ ਗਏ, ਸ਼ਾਪਸ ਬਣ ਗਈਆਂ, ਉਹਨਾਂ ਦੀ ਕੋਈ ਵੀ ਸੈਂਕਸ਼ਨ ਕਿਸੇ ਸਟੇਜ ਤੇ ਨਾ ਹੀ ਇੰਪਰੂਵਮੈਂਟ ਟਰਸਟ ਦੇ ਕਿਸੇ ਰੈਜ਼ੋਲੂਸ਼ਨ ਦੇ ਵਿੱਚ ਨਾ ਹੀ ਗਵਰਨਮੈਂਟ ਦੇ ਵੱਲੋਂ ਮਿਲੀ ਹੈ। ਸੋ ਇਸ ਕਰਕੇ ਇਹ ਵਾਇਲੇਸ਼ਨਸ ਹੀ ਹੈ, ਇਹ ਇਲੀਗਲ ਹੈ। ਔਰ ਇਹ ਇਲੀਗੈਲਿਟੀਜ਼ ਜਦੋਂ ਕੀਤੀਆਂ ਜਾਂਦੀਆਂ ਉਹ ਇੱਕ ਪ੍ਰਾਈਮਾ ਫੇਸ਼ੀ ਇਸ ਗੱਲ ਨੂੰ ਐਕਸਪੋਜ਼ ਕਰਦੀਆਂ ਹੈ ਜਦੋਂ ਕਿ ਉੱਥੇ ਕਮਰਸ਼ੀਅਲ ਐਂਗਲ ਆ ਜਾਵੇ ਕਿ ਇਹ ਜਿਹੜੀਆਂ ਇਲੀਗੈਲਿਟੀਜ਼ ਹੈ ਕਮਰਸ਼ੀਅਲ ਐਂਗਲ ਦੇ ਵਿੱਚ ਹੈ, ਤਾਂ ਫਿਰ ਕੋਈ ਨਾ ਇੱਕ ਐਡੀਸ਼ਨਲ ਜਰਨਲ ਵੀ ਰਹੇ ਹੋ, ਹਾਂਜੀ। ਬਹੁਤ ਥੋਰੋਲੀ ਇਹਨੂੰ ਸਟੱਡੀ ਵੀ ਕੀਤਾ ਇਸ ਕੇਸ ਨੂੰ ਖਾਸ ਕਰਕੇ। ਬਰੀਕੀਆਂ ਹੈਗੀਆਂ। ਦੇਖੋ, ਸਭ ਤੋਂ ਜ਼ਿਆਦਾ ਇਹਦੇ 'ਚ ਜਿਹੜੀ ਸੀਰੀਅਸ ਗੱਲ ਹੈ ਉਹ ਤਾਂ ਔਨ ਦੀ ਮੈਨੇਜਮੈਂਟ ਆਫ ਨਿਊ ਹਾਇਰ ਸੈਕੰਡਰੀ ਸਕੂਲ, ਜਿਹੜਾ ਵੀ ਉਹਨਾਂ ਦੀ ਸੁਸਾਇਟੀ ਸੀਗੀ, ਉਹਨਾਂ ਦੇ ਹੈੱਡ ਹੈ ਔਰ ਮੜੀਆ ਗਰੁੱਪ ਹੈ, ਜਿਹੜਾ ਮੜੀਆ ਗਰੁੱਪ ਦੇ ਜਿਹੜੇ ਹੈੱਡ ਹੈ ਜਾਂ ਉਹਨਾਂ ਦੇ ਨਾਲ ਜਿਹੜੇ ਗਰੁੱਪ ਮੈਂਬਰਸ ਹੈ, ਉਹਨਾਂ ਨੇ ਵਾਇਲੇਸ਼ਨਸ ਕੀਤੀਆਂ ਆਪਣੀ ਮਰਜ਼ੀ ਦੇ ਨਾਲ। ਜੀ, ਉਹ ਨੈਚੁਰਲੀ ਦੇ ਆਰ ਡਿਫਾਲਟਰਸ, ਉਹਨਾਂ ਤੇ ਐਕਸ਼ਨ ਬਣਦਾ ਹੈ, ਨੰਬਰ 1। ਦੂਸਰਾ, ਜਿਨ੍ਹਾਂ ਨੇ ਕਨਾਈਵੈਂਸ ਕੀਤੀ ਹੈ, ਜਿਨ੍ਹਾਂ ਨੇ ਮਦਦ ਕੀਤੀ ਹੈ, ਉਹ ਚਾਹੇ ਇੰਪਰੂਵਮੈਂਟ ਟਰਸਟ ਦੇ ਅਫੀਸ਼ੀਅਲਸ ਹੈ, ਚਾਹੇ ਮਿਊਨਿਸਪਲ ਕਾਰਪੋਰੇਸ਼ਨ ਦੇ ਅਫੀਸ਼ੀਅਲਸ ਹੈ, ਉਹਨਾਂ ਤੇ ਐਕਸ਼ਨ ਬਣਦਾ ਹੈ। ਉਸ ਤੋਂ ਬਾਅਦ ਕੰਸੀਕੁਐਂਸਸ ਕੀ ਹੈ? ਇਹਦੇ ਕੰਸੀਕੁਐਂਸਸ ਇਹ ਹੈ, ਉਹਦੇ ਕੰਡੀਸ਼ਨ ਨੰਬਰ 11 ਮੈਂ ਤੁਹਾਨੂੰ ਦੱਸੀ ਹੈ ਕਿ ਅਲਾਟਮੈਂਟ ਦੀ ਕੰਡੀਸ਼ਨਸ ਅਗਰ ਵਾਇਲੇਟ ਕੀਤੀਆਂ ਜਾਣਗੀਆਂ ਤਾਂ ਇਹ ਕੈਂਸਲ ਹੋਏਗੀ ਅਲਾਟਮੈਂਟ, ਔਰ ਇਹਦੀ ਸਾਰੀ ਪ੍ਰਾਪਰਟੀ ਇੰਪਰੂਵਮੈਂਟ ਟਰਸਟ ਆਪਣੇ ਰਿਜ਼ਿਊਮ ਕਰੇਗੀ ਤਾਂ ਕਿ ਇਹਦਾ ਓਰੀਜਨਲ ਪਬਲਿਕ ਪਰਪਸ ਜਿਹੜਾ ਹੈ ਉਹ ਪੂਰਾ ਕੀਤਾ ਜਾ ਸਕੇ। ਹੁਣ ਉਹਦਾ ਓਰੀਜਨਲ ਪਬਲਿਕ ਸੀਗਾ, ਉਹ ਸੀਗਾ ਪ੍ਰਾਇਮਰੀ ਸਕੂਲ ਚਲਾਉਣਾ। ਤੁਸੀਂ ਦੇਖੋ ਇੱਥੇ ਕੋਈ ਪ੍ਰਾਇਮਰੀ ਸਕੂਲ ਦਾ ਜਿਹੜਾ ਹੈ ਇਹ ਸਾਰੀ 22,000 ਗਜ਼ ਜਿਹੜੀ ਪਲੱਸ ਜਗ੍ਹਾ ਹੈ, 4.5 ਏਕੜ ਦੇ ਕਰੀਬ, ਉਹ ਪ੍ਰਾਇਮਰੀ ਸਕੂਲ ਲਈ ਯੂਜ਼ ਹੋ ਰਹੀ ਹੈ ਔਰ ਸਿੰਗਲ ਐਸਟੈਬਲਿਸ਼ਮੈਂਟ ਲਈ ਯੂਜ਼ ਹੋ ਰਹੀ ਹੈ। ਔਰ ਇਹ ਪਬਲਿਕ ਪਰਪਸ ਦੇ ਨਾਲ ਕਮਰਸ਼ੀਅਲ ਐਂਗਲ ਜਿਹੜਾ ਬਣਾਇਆ ਗਿਆ, ਇਹ ਕਿਉਂ ਬਣਾਇਆ ਗਿਆ? ਇਹਦਾ ਕੋਈ ਐਕਸਪਲੇਨੇਸ਼ਨ ਹੈ? ਔਰ ਕਿਹਦੀ ਮਰਜ਼ੀ ਨਾਲ ਬਣਾਇਆ ਗਿਆ? ਇੰਪਰੂਵਮੈਂਟ ਟਰਸਟ ਦੇ ਰੈਜ਼ੋਲੂਸ਼ਨ ਕੋਈ ਹੋਣ ਇਸ ਗੱਲ ਦੇ, ਕੋਈ ਗਵਰਨਮੈਂਟ ਦੀ ਇਹਦੇ ਤੇ ਸੈਂਕਸ਼ਨ ਹੋਵੇ, ਕੋਈ ਅਪਰੂਵਲ ਹੋਵੇ, ਤਾਂ ਹੀ ਅਸੀਂ ਮੰਨਾਂਗੇ ਨਾ ਕਿ ਇਹ ਕਾਨੂੰਨੀ ਤੌਰ ਤੇ ਬਣਾਇਆ ਗਿਆ। ਦੇਖੋ, ਪਬਲਿਕ ਪਰਪਸ ਕਹਿ ਦੇਣਾ ਕਿ ਦੇਖੋ ਜੀ ਸਕੂਲ ਚਲਾਉਣਾ ਸੀ ਅਤੇ ਇੱਕ ਦੀ ਬਜਾਏ 3-4 ਸਕੂਲ ਚੱਲ ਗਏ, ਲੇਕਿਨ ਇਹ ਅਮੀਰਾਂ ਵਾਲੇ ਜਿਹੜੇ ਸਕੂਲ ਹੈ, ਇੱਕ ਐਲੀਟ ਕਲਾਸ ਦੇ ਸਕੂਲ ਹੈ, ਉਹ ਚਲਾਉਣਾ, ਔਰ ਇੱਕ ਜਿਹੜਾ ਪ੍ਰਾਇਮਰੀ ਸਕੂਲ ਚਲਾਉਣਾ ਸੀ ਪਬਲਿਕ ਪਰਪਸ ਵਾਲਾ, ਉਹ ਜਿਸ ਲੈਵਲ ਦਾ ਚਲਾਉਣਾ ਸੀ ਇਸ ਏਰੀਆ ਦੇ ਵਿੱਚ ਤਾਂ ਕਿ ਹਰ ਵਰਗ ਦਾ ਬੱਚਾ ਉੱਥੇ ਪੜ੍ਹ ਸਕੇ, ਉਹ ਤਾਂ ਖਤਮ ਹੋ ਗਿਆ ਨਾ, ਉਹ ਤਾਂ ਡਿਫੀਟ ਹੋ ਗਿਆ ਨਾ ਸਾਰਾ। ਔਰ ਮਰਜ਼ੀਆਂ ਨਹੀਂ ਚੱਲਣੀਆਂ, ਮਨ ਮਰਜ਼ੀਆਂ ਨਹੀਂ ਚੱਲ ਸਕਦੀਆਂ ਸਰਕਾਰੀ ਕੰਮਾਂ ਦੇ ਵਿੱਚ। ਅਲਾਟਮੈਂਟ ਜੋ ਮਰਜ਼ੀ ਤੁਸੀਂ ਕਰ ਲਓ, ਕਹੋ ਜੀ ਇੱਥੇ ਤਾਂ ਕੱਲ ਮੈਂ ਇੱਥੇ ਆਪਣਾ ਕੋਈ ਧਾਰਮਿਕ ਸਥਾਨ ਬਣਾ ਲਿਆ,
ਤਾਂ ਮੈਂ ਤਾਂ ਧਾਰਮਿਕ ਸਥਾਨ ਹੀ ਬਣਾਇਆ ਨਾ ਜੀ, ਮੈਂ ਤਾਂ ਕੋਈ ਗਲਤ ਕੰਮ ਨਹੀਂ ਕੀਤਾ, ਲੇਕਿਨ ਉਲੰਘਣਾ ਹੀ ਹੈ। ਮਤਲਬ ਮੋਟੀਵੇਸ਼ਨਲ ਸਪੀਕਰ ਬਣ ਜਾਵੇ, ਜੋ ਕੁਛ ਵੀ ਬਣ ਜਾਵੇ, ਈਵਨਿੰਗ ਕਲਾਸਿਸ ਵਗੈਰਾ ਜਿਹੜੀਆਂ ਵਾਇਲੇਸ਼ਨਸ ਹੈ ਅਲਾਟਮੈਂਟ ਦੀਆਂ ਕੰਡੀਸ਼ਨਸ ਦੀਆਂ, ਉਹ ਵਾਇਲੇਸ਼ਨਸ ਹੀ ਹੈ। ਬਿਲਕੁਲ ਠੀਕ ਹੈ। ਉਸ ਵਾਇਲੇਸ਼ਨਸ ਤੇ ਐਕਸ਼ਨ ਜਿਹੜਾ ਹੋਣਾ ਹੀ ਚਾਹੀਦਾ ਔਰ ਫਿਰ ਇਹਦੀ ਇਨਵੈਸਟੀਗੇਸ਼ਨ ਹੋਵੇ ਤਾਂ ਕਿ ਇਹ ਜਿਹੜੀਆਂ ਵਾਇਲੇਸ਼ਨਸ ਕੀਤੀਆਂ ਗਈਆਂ ਉਹਦੇ ਚ ਕੀ ਕਮਰਸ਼ੀਅਲ ਐਂਗਲਸ ਹੈ, ਕਿਹਨਾਂ ਨੇ ਇਹਦਾ ਬੈਨੀਫਿਟ ਉਠਾਇਆ। ਉਹ 'ਚ ਇੱਕ ਚੀਜ਼ ਦੇਖੋ ਬੜੀ ਇੰਟਰਸਟਿੰਗ ਜੀ, ਤੁਸੀਂ ਇੱਥੇ ਲਿਖਿਆ ਹੋਇਆ ਮੜੀਆ ਗਰੁੱਪ ਜੀ ਔਰ ਬਿਜ਼ਨਸ ਪਰਪਸ। ਜੀ ਦੇਖੋ ਮੜੀਆ ਗਰੁੱਪ ਬਿਜ਼ਨਸ ਪਰਪਸ ਦਾ ਇੱਥੇ ਕੀ ਸੈਂਸ ਹੈ, ਜੀ ਕੀ ਮਤਲਬ ਹੈ, ਜੀ ਤੁਸੀਂ ਆਪ ਸਮਝ ਸਕਦੇ ਹੋ ਜੀ ਕਿ ਇਹ ਸਾਰੀ ਚੀਜ਼ ਨੂੰ ਇੱਕ ਬਿਜ਼ਨਸ ਦੇ ਤੌਰ ਤੇ ਯੂਜ਼ ਕੀਤਾ ਜਾ ਰਿਹਾ ਹੈ ਔਰ ਨਿੱਜੀ ਔਰ ਮੜੀਆ ਗਰੁੱਪ ਦਾ ਇਹ ਹੈ। ਦੇਖੋ ਜਿਹੜੀ ਇੰਸਟੀਟਿਊਸ਼ਨ ਦੀ ਕੋਈ ਸੁਸਾਇਟੀ ਹੈ, ਚਾਹੇ ਉਹ ਨਿਊ ਹਾਇਰ ਸੈਕੰਡਰੀ ਸਕੂਲ ਦੀ ਸੁਸਾਇਟੀ ਸੀਗੀ, ਜੀ ਉਹ ਇੱਕ ਕਾਜ਼ ਲਈ ਬਣੀ ਹੋਈ ਹੈ ਨਾ, ਉਹ ਇੱਕ ਗਰੁੱਪ ਨੂੰ ਕਿਸੇ ਵੀ ਬੈਨੀਫਿਟ ਦੇਣ ਲਈ। ਬਿਲਕੁਲ ਠੀਕ ਹੈ ਇਹ ਦੇਖੋ ਇਹ ਜੀ। ਇਹ ਦੀ ਸੋਸਾਇਟੀ ਦੀ ਜਿਹੜਾ ਨਿੱਜੀ ਪਰਪਸ ਲਈ ਇਸਤੇਮਾਲ ਕੀਤੀ ਜਾ ਰਹੀ ਹੈ, ਕੋਈ ਵੱਡੀ ਗੱਲ ਨਹੀਂ। ਇਹ ਵੀ ਹੋ ਸਕਦਾ ਕਿ ਇਹਦਾ ਜਿਹੜਾ ਰੈਂਟ ਹੈ ਉਹ ਵੀ ਪਰਸਨਲ ਬੈਨੀਫਿਟ ਇਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਜੀ, ਕਿ ਇੰਨੇ ਜਿਹੜੇ ਲੱਖਾਂ ਰੁਪਏ ਦਾ ਇਹਦੇ ਚ ਬੈਨੀਫਿਟ ਹੋ ਰਿਹਾ ਹੈ, ਐਡਵਾਂਟੇਜ ਆ ਰਿਹਾ ਹੈ, ਉਹ ਕਿੱਥੇ ਜਾ ਰਿਹਾ ਹੈ, ਕੌਣ ਯੂਜ਼ ਕਰ ਰਿਹਾ ਇਹਨੂੰ। ਸੋ ਕਿਨੂੰ ਕੱਢੀਆਂ, ਉਹਦੇ ਤੇ ਕਿੱਦਾਂ ਦਾ ਐਕਸ਼ਨ ਹੋ ਸਕਦਾ। ਦੇਖੋ ਰਜੇਸ਼ ਗੁਪਤਾ ਜੀ ਜਿਹੜੇ ਆਪਣੇ ਲੁਧਿਆਣਾ ਦੇ ਇੱਕ ਬਹੁਤ ਐਕਟਿਵ ਜਿਹੜੇ ਆਰਟੀਏ ਐਕਟਿਵਿਸਟ ਹੈ ਜੀ ਔਰ ਸੋਸ਼ਲ ਵਰਕਰ ਹੈ, ਸੋਸ਼ਲ ਕਾਜ਼ਸ ਲਈ ਹਮੇਸ਼ਾ ਕੋਈ ਨਾ ਉਹਨਾਂ ਨੇ ਮੁੱਦਾ ਚੱਕਿਆ। ਉਹਨਾਂ ਨੇ ਸਾਰੇ ਇਹ ਡਾਕੂਮੈਂਟਸ ਇਕੱਠੇ ਕੀਤੇ ਜਿਹੜੇ ਮੈਂ ਐਗਜ਼ਾਮਿਨ ਕੀਤੇ ਉਸ ਤੋਂ ਬਾਅਦ। ਸੋ ਇਹਦੇ ਵਿੱਚ ਉਹਨਾਂ ਨੇ ਇਹ ਰਿਕੁਐਸਟ ਕੀਤੀ ਹੈ ਥਰੂ Honorable Lokpal Punjab, through Honorable Chief Minister Punjab, through the Principal Secretary Local Government, to the Chief Secretary and Director of Vigilance Bureau Punjab ਕਿ ਇਹ ਸਾਰੀ ਚੀਜ਼ ਦੇ ਲਈ ਇਨਵੈਸਟੀਗੇਸ਼ਨ ਕੀਤੀ ਜਾਵੇ। ਇਹ ਅਲਾਟਮੈਂਟ ਦੀਆਂ ਕੰਡੀਸ਼ਨਸ ਨੂੰ ਵਾਇਲੇਟ ਕੀਤਾ ਗਿਆ ਹੈ, ਉਹਨੂੰ ਤਾਂ ਕਿ ਕੈਂਸਲ ਕੀਤਾ ਜਾਵੇ ਔਰ ਇਹਨੂੰ ਪ੍ਰੋਪਰਟੀ ਨੂੰ ਰਿਜ਼ਿਊਮ ਕੀਤਾ ਜਾਵੇ ਔਰ ਇਹਨੂੰ ਜਿਸ ਪਰਪਸ ਲਈ ਯੂਜ਼ ਕਰਨੀ ਚਾਹੀਦੀ ਸੀ ਉਸ ਪੂਰੇ ਪਰਪਸ ਲਈ ਯੂਜ਼ ਹੋਵੇ। ਤਾਂ ਅਗਰ ਕੋਈ ਘਪਲਾ ਇਹਦੇ ਚੋਂ ਨਿਕਲਦਾ ਹੈ ਇਨਵੈਸਟੀਗੇਸ਼ਨ ਕਰਕੇ ਤਾਂ ਉਹਦੇ ਤੇ ਐਕਸ਼ਨ ਹੋਵੇ। ਸਰ ਇੱਕ ਚੀਜ਼ ਮੈਂ ਹੋਰ ਪੁੱਛਣਾ ਚਾਹਾਂਗਾ ਕਿ ਇਲਾਕੇ ਦਾ ਕਾਉਂਸਲਰ, ਇਲਾਕੇ ਦਾ ਐਮਐਲਏ ਜਾਂ ਸ਼ਹਿਰ ਦਾ ਹੋਰ ਪ੍ਰਸ਼ਾਸਨ, ਉਹ ਉਹਨਾਂ ਦਾ ਕੋਈ ਕੀ ਡਿਊਟੀਆਂ ਬਣਦੀਆਂ ਆਪਣੇ ਆਪ, ਜੇ ਉਹਨਾਂ ਨੂੰ ਜੇ ਕੋਈ ਨਹੀਂ ਦੱਸ ਰਿਹਾ, ਵੈਸੇ ਤਾਂ ਇਲਾਕੇ ਦਾ ਕਾਉਂਸਲਰ ਕਸਟੋਡੀਅਨ ਹੁੰਦਾ ਇਲਾਕੇ ਦਾ ਕਾਉਂਸਲਰ, ਠੀਕ ਹੈ, ਕਿ ਉਹ ਉਹਨਾਂ ਦੀ ਕੋਈ ਡਿਊਟੀ ਨਹੀਂ ਬਣਦੀ ਆਪਣੇ ਆਪ। ਜਿਵੇਂ ਅੱਜ ਲੋਕਪਾਲ ਨੂੰ ਸਾਨੂੰ ਲਿਖਣ ਦੀ ਲੋੜ ਪੈ ਰਹੀ ਹੈ, ਅੱਜ ਸਾਨੂੰ ਆਨਰੇਬਲ ਕੋਰਟ ਨੂੰ ਲਿਖਣ ਦੀ ਜ਼ਰੂਰਤ ਪੈ ਰਹੀ ਹੈ, ਕਿ ਕਾਉਂਸਲਰ ਦੀ ਫਿਰ ਕੀ ਡਿਊਟੀ ਹੈ, ਕਿ ਐਮਐਲਏ ਦੀ ਕੀ ਡਿਊਟੀ ਹੈ ਜਿਹੜਾ ਇਲਾਕੇ ਦਾ ਕਸਟੋਡੀਅਨ ਹੁੰਦਾ। ਨਹੀਂ ਅਜੇ ਕੋਰਟ ਨੂੰ ਨਹੀਂ ਕਿਸੇ ਨੂੰ ਲਿਖਿਆ, ਅਜੇ ਤਾਂ ਅਥਾਰਟੀਜ਼ ਨੂੰ ਲਿਖਿਆ ਜਿਹੜੇ ਅਥਾਰਟੀਜ਼ ਇਹਦੇ ਤੇ ਐਕਸ਼ਨ ਲੈ ਸਕਦੇ ਹੈ। ਕੋਰਟ 'ਚ ਜੇ ਮਾਮਲਾ ਨਹੀਂ ਗਿਆ, ਲੇਕਿਨ ਤੁਸੀਂ ਜਿਹੜਾ ਸਵਾਲ ਮੈਨੂੰ ਕੀਤਾ ਹੈ ਕਿ ਕਾਉਂਸਲਰ ਦੀ ਜਾਂ ਐਮਐਲਏ ਦੀ ਜਿਹੜੇ ਪੋਲੀਟੀਕਲ ਰਿਪਰੈਜ਼ੈਂਟੇਟਿਵਸ ਹੈ ਉਹਨਾਂ ਦੀ ਕੀ ਡਿਊਟੀ ਹੈ। ਨੈਚੁਰਲੀ ਉਹਨਾਂ ਦੀ ਡਿਊਟੀ ਹੈ ਕਿ ਇਸ ਤਰੀਕੇ ਦੀ ਇਲੀਗੈਲਿਟੀਜ਼ ਨਾ ਕੀਤੀਆਂ ਜਾਣ। ਕਿਸੇ ਵੀ ਪਬਲਿਕ ਪਰਪਸ ਲਈ ਕੋਈ ਅਲਾਟਮੈਂਟ ਹੋਈ ਹੈ ਕਿਸੇ ਪ੍ਰਾਪਰਟੀ ਦੀ, ਉਹ ਪਰਪਸ ਜਿਹੜਾ ਹੈ ਡਿਫੀਟ ਨਾ ਹੋਵੇ, ਉਹਦਾ ਕੋਈ ਇਲੀਗਲ ਐਡਵਾਂਟੇਜ ਨਾ ਲਵੇ, ਉਹਦਾ ਕੋਈ ਕਮਰਸ਼ੀਅਲ ਬੈਨੀਫਿਟ ਨਾ ਲਵੇ, ਤਾਂ ਕਿ ਇਹ ਤਾਂ ਕਮਾਈ ਦਾ ਸਾਧਨ ਬਣ ਗਿਆ। ਦੇਖੋ ਇੰਨੀ ਵੈਲਿਊਬਲ ਪ੍ਰਾਪਰਟੀ ਹੈ, ਇਹ ਸਾਰੀ ਪ੍ਰਾਪਰਟੀ ਇਲੀਗਲ ਹੈਗੀ ਹੈ, ਸਾਰਾ ਇਹਨਾਂ ਨੇ ਲਾਅ ਦਾ ਬ੍ਰੀਚ ਕੀਤਾ ਹੈ। ਮੈਂ ਇਹ ਪੁੱਛਣਾ ਚਾਹ ਰਿਹਾ ਫਿਰ ਇਹਨਾਂ ਦੇ ਅਲੱਗ-ਅਲੱਗ ਇਹਨਾਂ ਨੂੰ ਜਿਵੇਂ ਇਹਨਾਂ ਦੇ ਬਾਹਰ ਬਿਜਲੀ ਦੇ ਮੀਟਰ ਵਗੈਰਾ ਲੱਗੇ, ਉਹ ਕਿੱਦਾਂ ਲੱਗ ਗਏ? ਉਹ ਸਾਰੀ ਚੀਜ਼ ਗਲਤ ਹੋਈ ਹੈ, ਉਹ ਵੀ ਗਲਤ ਹੋਈ ਹੈ, ਗਲਤ ਇਲੀਗਲ ਹੈ। ਅੱਛਾ, ਦੇਖੋ ਜਿਹੜੀ ਤੁਸੀਂ ਇਲੀਗਲ ਡਿਪਾਰਟਮੈਂਟ ਇਲੀਗਲ ਐਕਟੀਵਿਟੀਜ਼ ਕਿੱਦਾਂ ਸ਼ਾਮਲ ਹੋ ਸਕਦੇ ਬਿਨਾਂ ਕਿਸੇ ਰਾਜਨੇਤਾ ਦੇ ਪੋਸੀਬਲ ਹੈਗਾ? ਸੰਜੀਵ ਜੀ ਇਹ ਤਾਂ ਮੈਟਰ ਆਫ ਇਨਵੈਸਟੀਗੇਸ਼ਨ ਹੈ, ਕਿਸ ਤਰੀਕੇ ਨਾਲ ਹੋਇਆ ਹੈ, ਕੌਣ ਇਹਦੇ ਚ ਇਨਵੋਲਵਡ ਹੈ, ਕਿੱਦਾਂ ਇਹ ਕਰਾਇਆ ਗਿਆ ਹੈ, ਇਹ ਤਾਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ ਨਾ। ਲੇਕਿਨ ਦੇਖਣ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇੱਕ ਮੜੀਆ ਗਰੁੱਪ ਹੈ ਜਿਹੜਾ ਬਿਜ਼ਨਸ ਪਰਪਸ ਲਈ ਇਹ ਸਾਰੀ ਪ੍ਰਾਪਰਟੀ ਨੂੰ ਇਸਤੇਮਾਲ ਕਰ ਰਿਹਾ ਹੈ ਔਰ ਵਾਇਲੇਸ਼ਨਸ ਕੀਤੀਆਂ ਗਈਆਂ, ਬਲੇਟੈਂਟ ਵਾਇਲੇਸ਼ਨਸ ਜਿਹਨੂੰ ਕਹਿੰਦੇ ਨਾ ਅਲਾਟਮੈਂਟ ਦੀਆਂ ਧੱਜੀਆਂ ਉਡਾਈਆਂ ਗਈਆਂ
ਉਹ ਸਾਹਮਣੇ ਨਜ਼ਰ ਆ ਰਹੀਆਂ। ਠੀਕ ਹੈ ਜੀ। ਪਬਲਿਕ ਪਰਪਸ ਸੀਗਾ ਇੱਕ ਪ੍ਰਾਇਮਰੀ ਸਕੂਲ ਚਲਾਉਣਾ ਇੱਥੇ ਪੂਰੇ ਦਾ ਪੂਰੇ ਨੂੰ। ਜੀ। 22000 ਪਲੱਸ ਗਜ਼ ਜਿਹੜੇ ਦਿੱਤੇ ਗਏ ਉਹ ਪ੍ਰਾਇਮਰੀ ਹਾਈ ਸਕੂਲ ਦੇ ਨਾਮ ਤੇ। ਉਹ ਵੀ ਨਿਊ ਹਾਇਰ ਸੈਕੰਡਰੀ ਸਕੂਲ ਦੇ ਨਾਮ ਤੇ ਦਿੱਤਾ ਗਿਆ। ਉਹਦਾ ਪਬਲਿਕ ਪਰਪਸ ਸੀਗਾ ਪ੍ਰਾਇਮਰੀ ਸਕੂਲ ਚਲਾਉਣ ਦਾ। ਕਹਿ ਰਹੇ ਹੋ ਕਿ ਇਹਨਾਂ ਵਿੱਚੋਂ ਜੇ ਕੱਲ ਨੂੰ ਇਹ ਤਿੰਨੋਂ ਸਕੂਲ ਦੀ ਬਜਾਏ ਇੱਕ ਕਿਸੇ ਨਾਮ ਤੇ, ਲੈਟਸ ਸੇ ਸ਼੍ਰੀ ਰਾਮ ਦੇ ਨਾਮ ਤੇ, ਲੈਟਸ ਸੇ ਔਰਚਿਡ ਦੇ ਨਾਮ ਤੇ, ਜਾਂ ਲੈਟਸ ਸੇ ਕੰਗਾਰੂ ਕਿਡਸ ਦੇ ਨਾਮ ਤੇ, ਉਹ ਵੀ ਨਹੀਂ ਚੱਲ ਸਕਦਾ। ਚੱਲੇਗਾ ਤਾਂ ਨਿਊ ਹਾਈ ਸਕੂਲ ਦੇ ਨਾਮ ਤੇ ਹੀ ਚੱਲੇਗਾ ਔਰ ਇੱਕੋ ਹੀ ਸਕੂਲ। ਨਿਊ ਹਾਇਰ ਸੈਕੰਡਰੀ ਸਕੂਲ ਦੀ ਸੁਸਾਇਟੀ ਹੀ ਇੱਥੇ ਸਕੂਲ ਚਲਾ ਸਕਦੀ ਹੈ, ਜਿਹੜਾ ਕਿ ਪ੍ਰਾਇਮਰੀ ਸਕੂਲ ਹੋਏਗਾ। ਸਾਰੇ ਏਰੀਏ ਦੇ ਵਿੱਚ ਇੱਕੋ ਹੀ ਸਕੂਲ ਚੱਲੇਗਾ। ਉਹਦੇ ਵਿੱਚ ਉਹਨਾਂ ਦੇ ਪਲੇ ਗਰਾਊਂਡਸ ਹੋਣ, ਕਲਾਸਰੂਮਸ ਹੋਣ, ਬਿਲਡਿੰਗਸ ਹੋਣ, ਉਸ ਸਕੂਲ ਦੀਆਂ, ਜੀ, ਇੱਕੋ ਸਕੂਲ ਦੀਆਂ, ਜੀ, ਤਾਂ ਕਿ ਉਸ ਸਕੂਲ ਦਾ ਜਿਹੜਾ ਪਰਪਸ ਹੈ ਉਹ ਸਰਵ ਹੋ ਸਕੇ। ਜੀ। ਇਹ ਜਿਹੜੇ ਸੈਪਰੇਟ ਐਦਾਂ ਦੀ ਕੱਟ ਕੇ, ਸੁਸਾਇਟੀ ਦਾ ਜਿਹੜਾ ਜਿਵੇਂ ਮੜੀਆ ਗਰੁੱਪ ਲਿਖਿਆ ਹੋਇਆ ਹੈ, ਲੈਟਸ ਸੇ ਜੇ ਇਹੀ ਪ੍ਰੈਜ਼ੀਡੈਂਟ ਹੈਗੇ ਜਿੱਥੇ ਤੱਕ ਸਾਡੀ ਨੌਲੇਜ ਹੈਗੀ ਹੈ ਉਹਦੇ ਸੁਸਾਇਟੀ ਦੇ, ਜੋ ਐਦਾਂ ਦਾ ਮਿਸਯੂਜ਼ ਆਫ ਪਾਵਰ ਕਰ ਰਿਹਾ, ਮਿਸਯੂਜ਼ ਆਫ ਸਰਕਾਰ ਦਾ ਮਤਲਬ ਟਰਸਟ ਲਾਅ ਹਰ ਚੀਜ਼ ਨਾਲ ਖਿਲਵਾੜ ਕੀਤਾ ਜਾ ਰਿਹਾ। ਸੋ ਜੇ ਇੱਦਾਂ ਦੀ ਚੀਜ਼ ਕਰਦੇ ਆ, ਇਹਨਾਂ ਲਈ ਐਜ਼ ਏ ਲਾਅ ਕਿੱਦਾਂ ਦੀਆਂ ਇਹਨਾਂ ਲਈ ਸਜ਼ਾ ਜਾਂ ਕੋਈ ਕਿੱਦਾਂ ਦੀ ਕਾਰਵਾਈ ਜਿਹੜੀ ਹੈਗੀ ਹੈ ਉਹ ਬੰਦੀ ਹੈਗੀ ਹੈ ਤੁਹਾਡੇ ਸਾਹਮਣੇ? ਦੇਖੋ, ਇਨਵੈਸਟੀਗੇਸ਼ਨ ਹੋਵੇ ਜੀ। ਪਹਿਲੇ ਪਹਿਲੇ ਇਹਦਾ ਕੇਸ ਰਜਿਸਟਰ ਹੋਵੇ, ਜੀ, ਫਿਰ ਉਹਦੀ ਇਨਵੈਸਟੀਗੇਸ਼ਨ ਹੋਵੇ। ਜੀ। ਉਸ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਵੀ ਫੈਕਟਸ ਨਿਕਲਣਗੇ, ਜੀ, ਕਿੱਥੇ ਕਿਹਨੇ ਮਿਸਯੂਜ਼ ਕੀਤਾ, ਜੀ, ਵਾਇਲੇਸ਼ਨਸ ਤਾਂ ਹੋਈਆਂ ਹੀ ਹੋਈਆਂ ਕੰਡੀਸ਼ਨਸ ਦੀਆਂ। ਉਸ ਕੰਡੀਸ਼ਨਸ ਨੂੰ ਵਾਇਲੇਟ ਕਰਨ ਦੀ ਨੀਅਤ ਕੀ ਸੀ? ਜੀ, ਜੇ ਡਿਸਹੋਨੈਸਟ ਇੰਟੈਂਸ਼ਨ ਸੀਗੀ, ਜੀ, ਆਪਣਾ ਫਾਇਦਾ ਪਹੁੰਚਾਉਣ ਲਈ ਸੀਗੀ, ਜੀ, ਤੇ ਬ੍ਰੀਚ ਆਫ ਟਰਸਟ ਹੈ। ਔਰ ਉਹ ਕ੍ਰਿਮੀਨਲ ਬ੍ਰੀਚ ਆਫ ਟਰਸਟ ਹੈ। ਜੇ ਆਪਣਾ ਫਾਇਦਾ ਪਹੁੰਚਾਉਣ ਤੋਂ ਇਲਾਵਾ ਵੀ ਕੋਈ ਇੰਟਰਸਟ ਹੋ ਸਕਦਾ? ਇਸ ਤੋਂ ਵੱਡਾ ਹੋਰ ਕੀ ਸੈਲਫਿਸ਼ ਇੰਟਰਸਟ ਹੋ ਸਕਦਾ ਕਿ ਆਪਣਾ ਫਾਇਦਾ ਪਹੁੰਚਾਉਣ ਲਈ ਕੀਤਾ ਗਿਆ? ਨਹੀਂ, ਤੁਹਾਡੇ ਕੁਐਸਚਨ ਦਾ ਇਹ ਹੈ ਕਿ ਤੁਸੀਂ ਕਿਹਾ ਕਿ ਜੇ ਫਾਇਦਾ ਪਹੁੰਚਾਉਣ ਲਈ, ਆਬਵੀਅਸ ਹੈ ਫਾਇਦਾ ਪਹੁੰਚਾਉਣਾ ਸੀ ਉਹਨਾਂ ਨੇ, ਤਾਂ ਹੀ ਉਹਨਾਂ ਨੇ। ਨਹੀਂ, ਮੇਰਾ ਮਤਲਬ ਹੈ ਕਿ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਗੱਲ ਜਦੋਂ ਜ਼ਾਹਰ ਹੋਏਗੀ, ਦੇਖੋ ਕਈ ਵਾਰੀ ਸਾਹਮਣੇ ਚੀਜ਼ ਨਜ਼ਰ ਵੀ ਆਉਂਦੀ ਹੁੰਦੀ ਹੈ, ਲੇਕਿਨ ਇੱਕ ਲੀਗਲ ਪ੍ਰੋਸੀਜਰ ਹੈ ਜਿਹੜਾ ਅਡਾਪਟ ਕਰਨਾ ਪੈਂਦਾ ਹੈ। ਸੋ ਉਹ ਲੀਗਲ ਪ੍ਰੋਸੀਜਰ ਅਡਾਪਟ ਕਰਨ ਲਈ ਇਹਦੀ ਇਨਵੈਸਟੀਗੇਸ਼ਨ ਹੋਏਗੀ। ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜੀ ਰਿਪੋਰਟ ਫਾਈਨਲੀ ਅਫੀਸ਼ੀਅਲੀ ਆਏਗੀ, ਉਹਦੇ ਬੇਸਿਸ ਤੇ ਐਕਸ਼ਨ ਹੋਏਗਾ। ਔਰ ਕਿਸ ਲੈਵਲ ਤੱਕ ਦਾ ਐਕਸ਼ਨ ਦੇ ਪ੍ਰਾਵਧਾਨ ਹੈ ਸਾਡੇ ਕਾਨੂੰਨ 'ਚ? ਮੈਂ ਤਾਂ ਇਹ ਪੁੱਛਦਾ। ਦੇਖੋ, ਜਿਹੜੇ ਤਾਂ ਪ੍ਰਾਈਵੇਟ ਲੋਕ ਹੈ ਜਿਨ੍ਹਾਂ ਨੇ ਇਹਦੇ ਵਿੱਚ ਆਪਣਾ ਪਰਸਨਲ ਇੰਟਰਸਟ ਦੇ ਲਈ ਇਹ ਵਾਇਲੇਸ਼ਨਸ ਕੀਤੀਆਂ, ਬ੍ਰੀਚ ਆਫ ਟਰਸਟ ਕੀਤਾ, ਉਹਨਾਂ ਦੀਆਂ ਆਈਪੀਸੀ ਦੀ ਧਾਰਾਵਾਂ ਦੇ ਵਿੱਚ ਉਹਨਾਂ ਤੇ ਐਕਸ਼ਨ ਹੋਏਗਾ। ਜਿਹੜੇ ਅਫੀਸ਼ੀਅਲਸ ਹੈ, ਮਿਊਨਿਸਪਲ ਕਾਰਪੋਰੇਸ਼ਨ ਦੇ ਅਫੀਸ਼ੀਅਲਸ ਹੈ ਜਾਂ ਇੰਪਰੂਵਮੈਂਟ ਟਰਸਟ ਦੇ ਅਫੀਸ਼ੀਅਲਸ ਹੈ, ਦੇਖੋ 2019 ਮਾਰਚ ਤੋਂ ਬਾਅਦ, ਮਈ ਤੋਂ ਬਾਅਦ ਜਿਹੜੀ ਚੇਅਰਮੈਨ ਸਾਹਿਬ ਉਸ ਵੇਲੇ ਦੇ ਸੀਗੇ, ਉਹਨਾਂ ਨੇ ਖੁਦ ਲਿਖਿਆ ਕਿ ਇਹਨੂੰ ਕੈਂਸਲ ਕਰਨਾ ਚਾਹੀਦਾ ਔਰ ਇਹਦੀ ਰੈਜ਼ੋਲੂਸ਼ਨ ਪਾਸ ਕਰੋ। ਔਰ 2 ਸਾਲ ਹੋ ਗਏ, 2.5 ਸਾਲ ਹੋ ਗਏ, ਤਕਰੀਬਨ 2.25 ਸਾਲ ਹੋ ਗਏ, ਔਰ ਉਹਨਾਂ ਦੀ ਫਾਈਲ ਜਿਹੜੀ ਸੀਗੀ ਐਜ਼ ਇਟ ਇਜ਼ ਦੱਬੀ ਹੋਈ ਹੈ ਕਿਤੇ ਕਿਸੇ ਲੈਵਲ ਤੇ ਵੀ। ਉਹ ਵੀ ਸ਼ੋਅ ਕਰਦੀ ਹੈ ਕਿ ਕੋਈ ਨਾ ਕੋਈ ਉਹਦੇ ਨਾਲ ਹੁਣ ਰਲ ਗਏ ਬੰਦੇ। ਸੋ ਜਿਹੜੇ ਵੀ ਬੰਦੇ ਇਦਾਂ ਦੇ ਸਕੈਂਡਲ ਨਹੀਂ ਹੈ, ਬਹੁਤ ਵੱਡਾ ਸਕੈਮ ਹੈ। ਇਹ ਦੇਖੋ, ਇਹ ਪ੍ਰਾਪਰਟੀ ਜਿਹੜੀ ਹੈ ਪਤਾ ਨਹੀਂ ਹਜ਼ਾਰ ਕਰੋੜ ਦੀ ਹੋਏਗੀ, ਮੇਰੇ ਖਿਆਲ ਮਿਨੀਮਮ ਜ਼ਿਆਦਾ ਹੀ ਹੋਏਗੀ। ਔਰ ਸਕੂਲ ਦਾ ਤਾਂ ਜਿਹੜਾ ਪਰਪਸ ਸੀਗਾ ਉੱਥੇ ਤਾਂ ਮੈਨੂੰ ਨਜ਼ਰ ਹੀ ਨਹੀਂ ਆ ਰਿਹਾ, ਨਾਮੋ ਨਿਸ਼ਾਨ ਨਜ਼ਰ ਨਹੀਂ ਆ ਰਿਹਾ। ਰੈਂਟ ਇੰਜੋਏ ਕੀਤਾ, ਰੈਂਟਲ ਇਨਕਮ ਸ਼ੁਰੂ ਹੋ ਗਈ ਹੈ। ਜਿਹੜਾ ਸਕੂਲ ਚਲਾਉਣਾ ਸੀ ਉਹਦੀ ਕੋਈ ਰੈਂਟਲ ਇਨਕਮ ਥੋੜਾ ਹੋਣੀ ਸੀ। ਇਸੇ ਕਰਕੇ ਇਹ ਪਾਬੰਦੀ ਸੀਗੀ ਕਿ ਇਹਨੂੰ ਕੱਟਿਆ ਨਹੀਂ ਜਾਏਗਾ, ਇਹਦੇ ਹਿੱਸੇ ਟੋਟੇ ਨਹੀਂ ਕੀਤੇ ਜਾਣਗੇ, ਇਹਦੇ ਹਿੱਸੇ ਨਹੀਂ ਬਣਾਏ ਜਾਣਗੇ, ਕਿਸੇ ਹੋਰ ਪਰਪਸ ਲਈ ਯੂਜ਼ ਨਹੀਂ ਕੀਤਾ ਜਾਏਗਾ, ਔਰ ਇਹ ਐਸਟੈਬਲਿਸ਼ਮੈਂਟ ਇੱਕੋ ਹੀ ਰਹੇਗੀ, ਮਲਟੀਪਲ ਐਸਟੈਬਲਿਸ਼ਮੈਂਟਸ ਨਹੀਂ ਬਣਨਗੀਆਂ। ਸੋ ਇਹ ਇੱਕ ਪਬਲਿਕ ਪਰਪਸ ਹੁੰਦਾ। ਜਦੋਂ ਵੀ ਕੋਈ ਸਕੀਮ ਬਣਦੀ ਹੈ ਕੋਈ ਇਦਾਂ ਦੀ, ਉਹ ਸਕੀਮ ਦੇ ਲਈ ਪਬਲਿਕ ਪਰਪਸ ਲਈ ਇੱਕ ਸਕੂਲ ਦੇ ਲਈ ਜਗ੍ਹਾ ਰੱਖੀ ਗਈ ਸੀ। ਠੀਕ ਹੈ ਸਰ। ਔਰ ਉਹ ਸਕੂਲ ਦੀ ਲਈ ਇਸਤੇਮਾਲ ਹੋਣੀ ਸੀਗੀ। ਇਹ ਥੋੜਾ ਕਿ ਇੱਥੇ 5 ਸਕੂਲ ਬਣਨੇ ਚਾਹੀਦੇ ਸੀ। ਬਿਲਕੁਲ ਠੀਕ ਹੈ। ਸੋ ਜਾਂ ਇੱਥੇ ਮਾਰਕੀਟ ਬਣਨੀ ਚਾਹੀਦੀ ਸੀ। ਨੈਕਸਟ ਸਟੈਪ ਕੀ ਹੋਏਗਾ ਸਰ? ਨੈਕਸਟ ਸਟੈਪ ਦੇਖੋ, ਅਥਾਰਟੀਜ਼ ਨੂੰ ਰਜੇਸ਼ ਗੁਪਤਾ ਜੀ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਉਹ ਗਈ ਹੈ ਜੀ। ਉਹ ਅਥਾਰਟੀਜ਼ ਇਹਦਾ ਕੌਗਨੀਜ਼ੈਂਸ ਲੈਣਗੇ ਤਾਂ ਇਹਦੇ ਤੇ ਕੋਈ ਐਕਸ਼ਨ ਬਣੇਗਾ, ਜੋੜਾ ਉਹ ਲੈਣਗੇ ਐਕਸ਼ਨ। ਜੇ ਐਕਸ਼ਨ ਨਹੀਂ ਲੈਂਦੇ ਤਾਂ ਉਹਨਾਂ ਕੋਲ ਲੀਗਲ ਰਿਕੋਰਸ ਹੈ ਰਜੇਸ਼ ਗੁਪਤਾ ਜੀ ਕੋਲ, ਫਿਰ ਉਹ ਆਨਰੇਬਲ ਹਾਈ ਕੋਰਟ 'ਚ ਆਪਣੀ ਪਬਲਿਕ ਇੰਟਰਸਟ ਲਿਟੀਗੇਸ਼ਨ ਦੇ ਵਿੱਚ ਜਾ ਸਕਦੇ ਆ ਔਰ ਇਹ ਸਾਰੀ ਚੀਜ਼ ਹਾਈ ਕੋਰਟ ਦੇ ਅੱਗੇ ਪੇਸ਼ ਕੀਤੀ ਜਾ ਸਕਦੀ ਹੈ। ਤਾਂ ਜੋ ਲਾਫੁਲੀ ਜੋ ਇਹਦੀ ਰੈਮਡੀ ਹੋਏਗੀ ਹਾਈ ਕੋਰਟ ਵੱਲੋਂ, ਉਹਦੇ ਤੇ ਉਹ ਆਰਡਰ ਮਿਲਣਗੇ। ਠੀਕ ਹੈ ਸਰ, ਥੈਂਕ ਯੂ ਸਰ। ਸੋ ਦੋਸਤੋ, ਇੱਕ ਵਾਰੀ ਫੇਰ ਤੁਹਾਨੂੰ ਦਿਖਾ ਰਹੇ ਹਾਂ ਨਿਊ ਸੀਨੀਅਰ ਸੈਕੰਡਰੀ ਸਕੂਲ ਸਰਾਭਾ ਨਗਰ, ਜਿਹੜਾ ਕਿ ਬੜੀ ਦੇਰ ਪਹਿਲਾਂ ਵੀ ਅਸੀਂ ਮੁੱਦਾ ਚੱਕਿਆ ਸੀ। ਇਹ ਉਹੀ ਇੱਕ ਕਾਰਪੋਰੇਟ ਸਕੂਲ ਹੈ ਜਿਹਦੇ ਵਿੱਚ
ਜਿਸ 'ਚ ਪੜ੍ਹਨਾ ਇੱਕ ਆਪਣੇ ਆਪ 'ਚ ਸ਼ਾਨ ਮੰਨਿਆ ਜਾਂਦਾ ਸੀ, ਇਸ ਸ਼ਹਿਰ ਦੀ ਸ਼ਾਨ ਹੁੰਦਾ ਸੀ ਇਹ ਸਕੂਲ। ਪਰ ਅੱਜ ਇਹ ਸਕੂਲ ਨੂੰ ਅੱਗੇ ਜਿਵੇਂ ਪਰਸਨਲ ਨਿੱਜੀ ਸਵਾਰਥਾਂ ਲਈ, ਜਿੱਦਾਂ ਕਿ ਦੱਸਿਆ ਕਿ ਐਜ਼ ਪਰ ਲਾਅ, ਐਜ਼ ਪਰ ਅਲਾਟਮੈਂਟ, ਇਹਦੇ ਵਿੱਚ ਬਹੁਤ ਸਾਰੇ ਨਿਯਮਾਂ ਦੀ ਧੱਜੀਆਂ ਉਡਾਈਆਂ ਗਈਆਂ ਜੋ ਕਿ ਨਹੀਂ ਉਡਾਈ ਜਾ ਸਕਦੀਆਂ ਸੀ। ਇਹ ਅਸੀਂ ਨਹੀਂ ਕਹਿ ਰਹੇ, ਇੱਕ ਐਡੀਸ਼ਨਲ ਐਡਵੋਕੇਟ ਜਨਰਲ ਦੀ ਰਾਏ ਹੈਗੀ ਹੈ। ਉਹਨਾਂ ਨੇ ਖੁਦ ਇੱਕ ਲੀਗਲ ਟਰਮਸ 'ਤੇ ਪੂਰਾ ਅਲਾਟਮੈਂਟ ਲੈਟਰ ਨੂੰ ਪੜ੍ਹ ਕੇ, ਔਰ ਜਿਹੜੇ ਇੰਪਰੂਵਮੈਂਟ ਟਰਸਟ ਦੇ ਜਿਹੜੇ ਚੇਅਰਮੈਨ ਸੀ 2019 ਦੇ, ਉਹਨਾਂ ਵੱਲੋਂ ਦਿੱਤੇ ਆਰਡਰਾਂ ਤੋਂ ਬਾਵਜੂਦ ਵੀ ਤੁਸੀਂ ਸੋਚ ਸਕਦੇ ਹੋ ਕਿ ਕਿੰਨਾ ਵੱਡਾ ਇਹ ਪਿੱਛੇ ਇੱਕ ਗਰੁੱਪ ਹੋਊਗਾ, ਕਿੰਨਾ ਵੱਡਾ ਇੱਕ ਕਹਿ ਸਕਦੇ ਹਾਂ ਇੱਕ ਮਾਫੀਆ ਹੈਗਾ ਜਿਹੜਾ ਕਿ ਇਸ ਪੂਰੇ ਦੇ ਪੂਰੇ ਕਹਿ ਲਓ ਕਿ ਪੂਰੇ ਸਕੂਲ ਸਾਡੇ ਐਜੂਕੇਸ਼ਨ ਸੰਸਥਾਨਾਂ ਨੂੰ ਹੁਣ ਖਾਣ 'ਤੇ ਆ ਗਿਆ ਹੈ। ਪਹਿਲਾਂ ਜਿਨ੍ਹਾਂ ਦੇ ਹੱਥ ਸਿਰਫ ਜ਼ਮੀਨਾਂ ਨੂੰ ਹੜਪਣ ਤੱਕ ਸੀਗੇ, ਹੁਣ ਕਿਤੇ ਨਾ ਕਿਤੇ ਐਜੂਕੇਸ਼ਨ ਇੰਸਟੀਟਿਊਟਸ ਨੂੰ, ਜਿਹੜੇ ਕਿ ਇੱਕ ਕਹਿੰਦੇ ਆ ਕਿ ਪ੍ਰੇਰਨਾਦਾਇਕ ਹੁੰਦੇ ਆ, ਰਾਸ਼ਟਰ ਨਿਰਮਾਣ ਕਰਨ 'ਚ ਮੇਨ ਭੂਮਿਕਾ ਹੁੰਦੀ ਹੈ, ਉਹਨਾਂ ਤੱਕ ਉਹਨਾਂ ਦੇ ਜਿਹੜੀ ਨਜ਼ਰਾਂ ਪੈ ਚੁੱਕੀਆਂ ਪੈਣੀ। ਔਰ 22,000 ਲਗਭਗ 400 ਗੱਜ ਜਗ੍ਹਾ ਨੂੰ ਆਪਣੇ ਨਿੱਜੀ ਸਵਾਰਥਾਂ ਲਈ ਇਸਤੇਮਾਲ ਕੀਤਾ ਜਾ ਰਿਹਾ, ਰੈਂਟਲ ਇਨਕਮ ਖਾਈ ਜਾ ਰਹੀ ਹੈ। ਪਤਾ ਨਹੀਂ ਹੁਣ ਉਹ ਰੈਂਟਲ ਇਨਕਮ ਕੌਣ ਬੈਨੀਫਿਟ ਚੱਕ ਰਿਹਾ, ਉਹਦੇ 'ਤੇ GST ਵਿਭਾਗ ਨੂੰ GST ਦਿੱਤਾ ਜਾ ਰਿਹਾ ਜਾਂ ਨਹੀਂ ਦਿੱਤਾ ਜਾ ਰਿਹਾ, ਇਹ ਸਾਰੀ ਜਾਂਚ ਦਾ ਵਿਸ਼ੇ, ਜਿੱਦਾਂ ਕਿ ਖੁਦ ਪੀਊਸ਼ ਕਾਂਤ ਜੈਨ ਜੀ ਨੇ ਵੀ ਕਿਹਾ। ਸੋ ਇਹ ਸੀ ਫਿਲਹਾਲ ਸਾਡੀ ਨਿਊ ਹਾਈ ਸਕੂਲ ਦੀ ਰਿਪੋਰਟ। ਇਸ ਮੁੱਦੇ 'ਤੇ ਅਸੀਂ ਲੈ ਕੇ ਹੋਰ ਵੀ ਅਲੱਗ-ਅਲੱਗ ਜਿਹੜੇ ਐਕਸਪਰਟਸ ਦੇ ਨਾਲ ਜਾਂ ਹੋਰ ਵੀ ਅਲੱਗ-ਅਲੱਗ ਅਧਿਕਾਰੀਆਂ ਨਾਲ ਜ਼ਰੂਰ ਗੱਲ ਕਰਾਂਗੇ। ਫਿਲਹਾਲ ਦੇਖਦੇ ਰਹੋ, बने रहो जनहितैषी। धन्यवाद। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन ज़रूर दबाएं।